नमस्कार दोस्तों, स्वागत है आपका हमारे यूट्यूब चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਦੋ ਟੌਪਿਕ ਪੜਾਂਗੇ। ਪਹਿਲਾ ਟੌਪਿਕ ਹੈ ਮੁਗਲ ਸ਼ਾਸਨ ਦਾ ਅੰਤ ਤੇ ਦੂਸਰਾ ਹੈ ਬ੍ਰਿਟਿਸ਼ ਸ਼ਾਸਨ ਅਧੀਨ ਐਜੂਕੇਸ਼ਨ। ਚਲਦੇ ਹਾਂ ਪਹਿਲੇ ਟੌਪਿਕ ਤੇ। ਔਰੰਗਜ਼ੇਬ ਤੋਂ ਬਾਅਦ ਕਿਹੜਾ ਮੁਗਲ ਬਾਦਸ਼ਾਹ ਬਣਿਆ? ਬਹਾਦਰ ਸ਼ਾਹ ਪਹਿਲਾ ਬਣਿਆ ਸੀ ਜੀ ਇਹ। ਹਾਂਜੀ, ਕੁਝ ਐਕਸਪਲੇਨੇਸ਼ਨ। ਆਧੁਨਿਕ ਭਾਰਤ ਦੀ ਜਿਹੜੀ ਸ਼ੁਰੂਆਤ ਹੈ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਸ਼ਾਸਨਕਾਲ 1707 ਤੋਂ ਮੰਨੀ ਜਾਂਦੀ ਹੈ। ਠੀਕ ਹੈ ਜੀ। ਉਸ ਸਮੇਂ ਦੇ ਮਰਾਠਾ ਸ਼ਾਸਕ ਆਪਣੇ ਸਿਖਰ ਦੇ ਸਨ ਅਤੇ ਉਸ ਦੇ ਨਾਲ ਨਾਲ ਯੂਰਪੀ ਸਾਮਰਾਜੀ ਸ਼ਕਤੀਆਂ ਵੀ ਪੂਰੇ ਭਾਰਤ ਵਿੱਚ ਫੈਲ ਚੁੱਕੇ ਸਨ। ਮੁਗਲ ਸਾਮਰਾਜ ਦਾ ਪਤਨ ਅੱਜ ਦਾ ਆਪਣਾ ਪਹਿਲਾ ਟੌਪਿਕ ਹੈ। ਸਭ ਤੋਂ ਪਹਿਲਾਂ ਹੈ ਬਹਾਦਰ ਸ਼ਾਹ ਪਹਿਲਾ 1707 ਤੋਂ ਲੈ ਕੇ 12 ਤੱਕ। ਠੀਕ ਹੈ ਜੀ। ਬਹਾਦਰ ਸ਼ਾਹ ਪਹਿਲਾ 65 ਸਾਲ ਦੀ ਉਮਰ ਦੇ ਵਿੱਚ ਮੁਗਲ ਬਾਦਸ਼ਾਹ ਬਣਿਆ। ਉਸਦੇ ਮਰਾਠਿਆਂ ਰਾਜਪੂਤਾਂ ਦੇ ਨਾਲ ਉਸਨੇ ਦੋਸਤਾਨਾ ਨੀਤੀ ਅਪਣਾਈ ਅਤੇ ਮਰਾਠਾ ਨੇਤਾ ਸ਼ਾਹੂ ਸ਼ੰਭਾ ਜੀ ਦੇ ਪੁੱਤਰ ਨੂੰ 1706 ਦੇ ਵਿੱਚ ਉਸਨੇ ਮੁਗਲਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ। ਹਾਂਜੀ, ਡੱਚ ਵਫਦ ਦਾ ਜਿਹੜਾ ਜਸ਼ੂਆ ਕੇਟਲਰ ਦੀ ਅਗਵਾਈ ਦੇ ਵਿੱਚ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਆਇਆ। ਸਵਾਲ ਬਣੇਗਾ ਬਹਾਦਰ ਸ਼ਾਹ ਦੇ ਜ਼ਫਰ ਦੇ ਵਿੱਚ ਕਿਹੜਾ ਯੂਰਪੀਅਨ ਵਫਦ ਆਇਆ ਸੀਗਾ? ਬ੍ਰਿਟਿਸ਼ ਆਇਆ ਸੀਗਾ, ਡੱਚ ਆਇਆ ਸੀ, ਪੁਰਤਗਾਲੀ ਆਇਆ ਸੀ? ਤਾਂ ਧਿਆਨ 'ਚ ਰੱਖ ਲੈਣਾ ਡੱਚ ਵਫਦ ਦਾ ਜਿਹੜਾ ਉਹ ਬਹਾਦਰ ਸ਼ਾਹ ਪਹਿਲੇ ਦੇ ਸ਼ਾਸਨਕਾਲ ਵਿੱਚ ਆਇਆ ਸੀ। ਇਤਿਹਾਸਕਾਰ ਕਾਫੀ ਖਾਨ ਨੇ ਬਹਾਦਰ ਸ਼ਾਹ ਨੂੰ ਸ਼ਾਹ-ਏ-ਬੇਖਬਰ ਵੀ ਜਿਹੜੀ ਹੈ ਉਹ ਉਪਾਧੀ ਦਿੱਤੀ ਸੀਗੀ, ਸ਼ਾਹ-ਏ-ਬੇਖਬਰ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਸ਼ਾਹ-ਏ-ਬੇਖਬਰ। ਇਹ ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਸ਼ਾਹ-ਏ-ਬੇਖਬਰ ਇਹ ਕਿਸ ਨੂੰ ਕਿਹਾ ਜਾਂਦਾ ਹੈ? ਇਹ ਬਹਾਦਰ ਸ਼ਾਹ ਪਹਿਲੇ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਅਗਲਾ ਹੈ ਆਪਣੇ ਕੋਲ ਜਹਾਂਦਾਰ ਸ਼ਾਹ 1712 ਤੋਂ ਲੈ ਕੇ 1713 ਈਸਵੀ। ਸਿਰਫ ਮਾਤਰ 1 ਸਾਲ ਹੀ ਇਹ ਆਪਣੇ ਸ਼ਾਸਨ ਦੇ ਵਿੱਚ ਰਿਹਾ। ਜਹਾਂਦਾਰ ਸ਼ਾਹ ਨੇ ਜ਼ੁਲਫਿਕਾਰ ਖਾਨ ਦੀ ਮਦਦ ਦੇ ਨਾਲ ਕਹਿੰਦੇ ਗੱਦੀ 'ਤੇ ਬਿਰਾਜਮਾਨ ਹੋ ਕੇ ਉਸ ਨੂੰ ਆਪਣਾ ਵਜ਼ੀਰ ਨਿਯੁਕਤ ਕੀਤਾ। ਜ਼ੁਲਫਿਕਾਰ ਖਾਨ ਨੂੰ ਉਸਨੇ ਅਮੇਰ ਦੇ ਰਾਜਾ ਮਾਨ ਸਿੰਘ ਨੂੰ ਮਿਰਜ਼ਾ ਦੀ ਉਪਾਧੀ ਦੇ ਕੇ ਮਾਲਵੇ ਦਾ ਸੂਬੇਦਾਰ ਬਣਾਇਆ। ਮਾਲਵੇ ਦਾ ਸੂਬੇਦਾਰ ਕਿਹਨੂੰ ਬਣਾਇਆ ਸੀ? ਅਮੇਰ ਦੇ ਰਾਜਾ ਮਾਨ ਸਿੰਘ ਨੂੰ। ਅਤੇ ਮਾਰਵਾੜ ਦੇ ਰਾਜਾ ਅਜੀਤ ਸਿੰਘ ਨੂੰ ਮਹਾਰਾਜ ਦੀ ਉਪਾਧੀ ਦੇ ਕੇ ਉਸ ਨੂੰ ਗੁਜਰਾਤ ਦਾ ਸੂਬੇਦਾਰ ਬਣਾਇਆ ਸੀ। ਠੀਕ ਹੈ ਜੀ, ਮਾਰਵਾੜ ਦਾ ਜਿਹੜਾ ਰਾਜਾ ਅਜੀਤ ਸਿੰਘ ਆ ਉਸ ਨੂੰ ਗੁਜਰਾਤ ਦਾ ਸੂਬੇਦਾਰ ਬਣਾਇਆ ਸੀ ਅਤੇ ਮਾਲਵੇ ਦਾ ਸੂਬੇਦਾਰ ਹੈ ਉਹ ਅਮੇਰ ਦੇ ਰਾਜਾ ਮਾਨ ਸਿੰਘ ਨੂੰ ਬਣਾਇਆ ਸੀ। ਜਹਾਂਦਾਰ ਨੇ ਜਜ਼ੀਆ ਜਿਹੜਾ ਬੰਦ ਕਰਤਾ ਸੀ, ਇਹ ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣਾ। ਉਹ ਆਪਣੀ ਪ੍ਰੇਮਿਕਾ ਲਾਲ ਕੌਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਫਰੁਖਸ਼ੀਅਰ ਨੇ ਸੈਯਦ ਭਰਾਵਾਂ ਦੀ ਮਦਦ ਦੇ ਨਾਲ 1713 ਦੇ ਵਿੱਚ ਜਹਾਂਦਾਰ ਸ਼ਾਹ ਨੂੰ ਮਰਵਾ ਦਿੱਤਾ। ਠੀਕ ਹੈ ਜੀ, ਇਹ ਵੀ ਫੈਕਟ ਬਹੁਤ ਇੰਪੋਰਟੈਂਟ ਹੈ ਬਈ ਜਹਾਂਦਾਰ ਸ਼ਾਹ ਦੀ ਮੌਤ ਕਦੋਂ ਹੋਈ? 1713 ਦੇ ਵਿੱਚ। ਕਿਹਨੇ ਮਰਵਾਇਆ ਸੀ? ਫਰੁਖਸ਼ੀਅਰ ਨੇ ਮਰਵਾਇਆ ਸੀਗਾ। ਕਿਹਦੀ ਮਦਦ ਲਿੱਤੀ ਸੀ ਮਰਵਾਉਣ ਵਾਸਤੇ? ਸੈਯਦ ਭਰਾਵਾਂ ਦੀ ਲਿੱਤੀ ਸੀ। ਅਤੇ ਜਿਹੜਾ ਜਹਾਂਦਾਰ ਸ਼ਾਹ ਹੈ ਉਸ ਨੂੰ ਲੰਮਟ ਮੂਰਖ ਕਿਹਾ ਜਾਂਦਾ ਹੈ, ਧਿਆਨ 'ਚ ਰੱਖ ਲੈਣਾ। ਠੀਕ ਹੈ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਇਹ ਲੰਮਟ ਮੂਰਖ ਕਿਸ ਨੂੰ ਕਿਹਾ ਜਾਂਦਾ ਹੈ? ਜਹਾਂਦਾਰ ਸ਼ਾਹ ਨੂੰ ਕਿਹਾ ਜਾਂਦਾ ਹੈ, ਧਿਆਨ 'ਚ ਰੱਖ ਲੈਣਾ ਜੀ। ਜਹਾਂਦਾਰ ਸ਼ਾਹ ਦੀ ਹੱਤਿਆ ਕਿਸਨੇ ਕਰਵਾਈ ਸੀ? ਫਰੁਖਸ਼ੀਅਰ ਨੇ ਕਰਾਈ ਸੀ। ਠੀਕ ਹੈ ਜੀ, ਫਰੁਖਸ਼ੀਅਰ ਨੇ ਕਰਾਈ ਸੀ। ਔਰੰਗਜ਼ੇਬ ਦੁਆਰਾ ਜਿਹੜਾ ਸ਼ੁਰੂ ਕੀਤਾ ਜਜ਼ੀਆ ਟੈਕਸ ਕਿਸਨੇ ਖਤਮ ਕੀਤਾ ਸੀ? ਉਹ ਵੀ ਜਹਾਂਦਾਰ ਸ਼ਾਹ ਨੇ ਖਤਮ ਕੀਤਾ ਸੀ। ਠੀਕ ਹੈ ਜੀ, ਇਸ ਤੋਂ ਪਹਿਲਾਂ ਜਜ਼ੀਆ ਜਿਹੜਾ ਟੈਕਸ ਸੀਗਾ ਉਹ ਅਕਬਰ ਹੈ ਉਹਨੇ ਖਤਮ ਕਰਤਾ ਸੀਗਾ ਜਜ਼ੀਆ ਟੈਕਸ 1564 ਦੇ ਵਿੱਚ। ਇਹ ਵੀ ਧਿਆਨ 'ਚ ਰੱਖ ਲੈਣਾ। ਹਾਂਜੀ, ਕਿਹੜਾ ਮੁਗਲ ਬਾਦਸ਼ਾਹ ਆਪਣੀ ਪ੍ਰੇਮਿਕਾ ਲਾਲ ਕੌਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ? ਉਹ ਵੀ ਜਹਾਂਦਾਰ ਸ਼ਾਹ ਸੀ। ਠੀਕ ਹੈ ਜੀ। ਹਾਂਜੀ, ਅਗਲਾ ਹੈ ਆਪਣਾ ਫਰੁਖਸ਼ੀਅਰ 1713 ਤੋਂ ਲੈ ਕੇ 1719 ਤੱਕ। ਠੀਕ ਹੈ, ਇਸ ਬਾਦਸ਼ਾਹ ਨੂੰ ਘਿਨੌਣਾ ਕਾਇਰ ਵੀ ਕਿਹਾ ਜਾਂਦਾ ਹੈ। ਇਹੀ ਬਾਦਸ਼ਾਹ ਸੀ ਜਿਸ ਨੇ ਸਿੱਖਾਂ ਦੇ ਆਗੂ ਬੰਦਾ ਸਿੰਘ ਬਹਾਦਰ ਦੇ ਉਸਦੇ ਪੁੱਤਰ ਅਜੇ ਸਿੰਘ ਨੂੰ ਫਾਂਸੀ ਦਿੱਤੀ ਸੀ। ਠੀਕ ਹੈ ਜੀ। ਫਰੁਖਸ਼ੀਅਰ ਹੈ ਉਹ ਸੈਯਦ ਭਰਾਵਾਂ ਅਬਦੁਲ ਖਾਨ ਤੇ ਹਸਨ ਅਲੀ ਦੀ ਮਦਦ ਦੇ ਨਾਲ ਗੱਦੀ 'ਤੇ ਪ੍ਰਾਪਤ ਹੋਇਆ ਅਤੇ ਇਹਨਾਂ ਦੋਹਾਂ ਭਰਾਵਾਂ ਨੂੰ ਕਿੰਗ ਮੇਕਰ ਵੀ ਕਿਹਾ ਜਾਂਦਾ ਹੈ, ਧਿਆਨ ਰੱਖ ਲੈਣਾ। ਇਹ ਵੈਰੀ ਇੰਪੋਰਟੈਂਟ ਫੈਕਟ ਹੈ। ਇਹ ਬੰਦਾ ਸਿੰਘ ਬਹਾਦਰ ਨੂੰ ਕਿਸ ਨੇ ਫਾਂਸੀ ਦਿੱਤੀ ਸੀ? ਫਰੁਖਸ਼ੀਅਰ ਨੇ ਦਿੱਤੀ ਸੀ। ਅਤੇ ਘਿਨੌਣਾ ਕਾਇਰ ਕਿਸ ਨੂੰ ਕਿਹਾ ਜਾਂਦਾ? ਉਹ ਵੀ ਫਰੁਖਸ਼ੀਅਰ ਨੂੰ ਕਿਹਾ ਜਾਂਦਾ ਹੈ। ਜਨਸਰਮਨ ਦੀ ਅਗਵਾਈ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਇੱਕ ਟੀਮ 1717 ਦੇ ਵਿੱਚ ਭਾਰਤ ਆਈ ਅਤੇ ਇਸ ਟੀਮ ਦੇ ਵਿੱਚ ਇੱਕ ਸਰਜਨ ਸੀ, ਇੱਕ ਡਾਕਟਰ ਸੀ ਹੈਮਿਲਟਨ, ਅਤੇ ਇਸ ਨੇ ਬਾਦਸ਼ਾਹ ਨੂੰ ਠੀਕ ਕੀਤਾ ਸੀ। ਠੀਕ ਹੈ, ਫਰੁਖਸ਼ੀਅਰ ਦਾ ਇਲਾਜ ਕੀਤਾ ਸੀ। ਉਹ ਇੱਕ ਸਰਜਨ ਸੀ ਹੈਮਿਲਟਨ, ਜਿਹੜਾ ਕਿ 1717 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਵਫਦ ਦੇ ਨਾਲ ਆਇਆ ਸੀ। 1717 ਦੇ ਵਿੱਚ ਫਰੁਖਸ਼ੀਅਰ ਨੇ ਵਪਾਰਿਕ ਲਾਭ ਦੇ ਲਈ ਈਸਟ ਇੰਡੀਆ ਕੰਪਨੀ ਦੇ ਲਈ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ ਅਤੇ ਇਸ ਨੂੰ ਕੰਪਨੀ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਪੁੱਛਿਆ ਜਾਂਦਾ 1717 ਦੇ ਵਿੱਚ ਕੰਪਨੀ ਦਾ ਮੈਗਨਾ ਕਾਰਟਾ ਹੈ ਉਹ ਕਿਸ ਨੇ ਜਾਰੀ ਕਰਵਾਇਆ ਸੀ? ਉਹ ਫਰੁਖਸ਼ੀਅਰ ਨੇ ਜਾਰੀ ਕਰਵਾਇਆ ਸੀ। ਹਾਂਜੀ, ਫਰੁਖਸ਼ੀਅਰ ਸੈਯਦ ਭਰਾਵਾਂ ਤੋਂ ਆਜ਼ਾਦ ਹੋਣਾ ਚਾਹੁੰਦਾ ਸੀ। ਜਿਹੜੇ ਸੈਯਦ ਭਰਾਵਾਂ ਨੇ ਉਸ ਨੂੰ ਗੱਦੀ 'ਤੇ ਬਿਠਾਇਆ ਹੁਣ ਉਹਨਾਂ ਤੋਂ ਮੁਕਤ ਹੋਣਾ ਚਾਹੁੰਦਾ ਸੀ, ਪਰ ਸੈਯਦ ਭਰਾਵਾਂ ਨੇ ਮਰਾਠਿਆਂ ਦੀ ਮਦਦ ਦੇ ਨਾਲ ਪੇਸ਼ਵਾਜੀ ਬਾਲਾਜੀ ਵਿਸ਼ਵਨਾਥ ਨਾਲ ਸੰਧੀ ਕਰ ਲਈ ਅਤੇ ਮਰਾਠਿਆਂ ਦੀ ਮਦਦ ਦੇ ਨਾਲ ਫਰੁਖਸ਼ੀਅਰ ਨੂੰ ਅੰਨਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ। ਇਹ ਫੈਕਟ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਮੈਗਨਾ ਕਾਰਟਾ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। ਠੀਕ ਹੈ ਜੀ, ਇਹ ਸਾਰੇ ਇਹਦੇ ਵਿੱਚ 4-5 ਫੈਕਟ ਸਾਰੇ ਦੇ ਸਾਰੇ ਇੰਪੋਰਟੈਂਟ ਹੈ ਫਰੁਖਸ਼ੀਅਰ ਦੇ ਨਾਲ। ਠੀਕ ਹੈ ਜੀ, ਧਿਆਨ 'ਚ ਰੱਖਣੀ ਹੈ। ਹਾਂਜੀ, ਕਿਸ ਮੁਗਲ ਬਾਦਸ਼ਾਹ ਦੇ ਹੁਕਮ 'ਤੇ ਬੰਦਾ ਸਿੰਘ ਬਹਾਦਰ ਨੂੰ ਮਾਰਿਆ ਗਿਆ ਸੀ? ਉਹ ਫਰੁਖਸ਼ੀਅਰ ਸੀ। ਠੀਕ ਹੈ ਜੀ। ਸੈਯਦ ਭਰਾਵਾਂ ਨੇ ਮਰਾਠਿਆਂ ਦੀ ਮਦਦ ਦੇ ਨਾਲ ਕਿਸ ਮੁਗਲ ਬਾਦਸ਼ਾਹ ਦਾ ਤਖਤਾ ਪਲਟ ਦਿੱਤਾ ਸੀ? ਉਹ ਸੀ ਫਰੁਖਸ਼ੀਅਰ ਸੀਗਾ ਜੀ। ਫਰੁਖਸ਼ੀਅਰ ਕਿਸ ਦੇ ਸਹਿਯੋਗ ਦੇ ਨਾਲ ਮੁਗਲ ਬਾਦਸ਼ਾਹ ਬਣਿਆ ਸੀਗਾ? ਉਹ ਸੈਯਦ ਭਰਾਵਾਂ ਦੇ ਨਾਲ ਮਦਦ ਦੇ ਸਹਿਯੋਗ ਨਾਲ ਬਣਿਆ ਸੀ। ਕਿੰਗ ਮੇਕਰ ਕਿਸ ਨੂੰ ਕਿਹਾ ਜਾਂਦਾ ਹੈ? ਸੈਯਦ ਭਰਾਵਾਂ ਨੂੰ ਹੀ ਕਿੰਗ ਮੇਕਰ ਕਿਹਾ ਜਾਂਦਾ ਜੀ। ਸੈਯਦ ਭਰਾਵਾਂ ਨੇ ਬਾਦਸ਼ਾਹ ਵਜੋਂ ਕਿਸ ਨੂੰ ਦੱਸਣਾ ਹੈ ਕਿਸ ਨੂੰ ਵੀ ਉਹਨਾਂ ਨੇ ਕਰਵਾਇਆ ਸੀਗਾ? ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਇਹ ਫਰੁਖਸ਼ੀਅਰ, ਰਫੀਉਦ ਦਰਜਤ, ਰਫੀਉਦ ਦੌਲਾ, ਮੁਹੰਮਦ ਸ਼ਾਹ, ਇਹ ਸਾਰਿਆਂ ਦੇ ਬਾਦਸ਼ਾਹ ਬਣਨ ਦੇ ਵਿੱਚ ਸੈਯਦ ਭਰਾਵਾਂ ਦਾ ਯੋਗਦਾਨ ਸੀ। ਇਹਦਾ ਰਾਈਟ ਆਨਸਰ ਹੋਏਗਾ ਸੀ। ਈਸਟ ਇੰਡੀਆ ਕੰਪਨੀ ਦਾ ਮੈਗਨਾ ਕਾਰਟਾ। ਠੀਕ ਹੈ ਜੀ, ਇਹ ਮੈਗਨਾ ਕਾਰਟਾ ਜਿਹੜਾ ਸੀਗਾ ਫਰੁਖਸ਼ੀਅਰ ਦੇ ਸ਼ਾਸਕ ਬਣਨ ਦੇ ਨਾਲ ਕੋਲਬਰਟ
ਦੇ ਯੋਗਦਾਨ ਕਾਰਨ ਸਰਹੱਦੀ ਵਪਾਰ ਤੋਂ ਛੋਟ ਸੀ। ਠੀਕ ਹੈ ਜੀ, ਇਹ ਯਾਦ ਰੱਖ ਲੈਣਾ। ਇਹ ਕੀ ਸੀਗੀ? ਸਰਹੱਦੀ ਵਪਾਰ ਤੋਂ ਛੋਟ, ਵੀ ਜਿਹੜੀ ਈਸਟ ਇੰਡੀਆ ਕੰਪਨੀ ਨੂੰ ਵਪਾਰ ਕਰਨ ਦੀ ਛੋਟ ਮਿਲ ਗਈ ਸੀ ਫਰਕਸ਼ੀਅਰ ਤੋਂ, ਇਸੇ ਨੂੰ ਉਹਨਾਂ ਨੇ ਮੈਗਨਾ ਕਾਰਟਾ ਕਿਹਾ ਸੀਗਾ। ਠੀਕ ਹੈ ਜੀ, ਆਹ ਜਿਹੜਾ ਫੈਕਟ ਹੈ ਤੇ ਵੈਸੇ ਧਿਆਨ 'ਚ ਰੱਖ ਲੈਣਾ ਹੈ ਵੀ ਅੰਗਰੇਜ਼ ਡਾਕਟਰ ਹੈਮਿਲਟਨ ਨੇ ਫਰਕਸ਼ੀਅਰ ਦਾ ਇਲਾਜ ਬਿਮਾਰੀ ਤੋਂ ਇਲਾਜ ਕੀਤਾ ਸੀ। ਠੀਕ ਹੈ ਜੀ। ਹਾਂਜੀ, ਘਨੌਣਾ ਕਾਇਰ ਕਿਸ ਨੂੰ ਕਿਹਾ ਜਾਂਦਾ ਹੈ? ਇਹ ਫਰਕਸ਼ੀਅਰ ਨੂੰ ਹੀ ਘਨੌਣਾ ਕਾਇਰ ਕਿਹਾ ਜਾਂਦਾ ਜੀ। ਹਾਂਜੀ, ਰਫੀ ਉਦ ਦਰਜਾਤ, ਠੀਕ ਹੈ ਜੀ, ਇਹ 25 ਫਰਵਰੀ 1719 ਤੋਂ ਲੈ ਕੇ 4 ਜੂਨ 1719 ਤੱਕ ਰਿਹਾ। ਇਹ ਸੈਯਦ ਭਰਾਵਾਂ ਨੇ ਇਸ ਨੂੰ ਮੁਗਲ ਬਾਦਸ਼ਾਹ ਬਣਾਇਆ ਸੀਗਾ ਤੇ ਸਭ ਤੋਂ ਘੱਟ ਸਮੇਂ ਦਾ ਮੁਗਲ ਬਾਦਸ਼ਾਹ ਹੈ ਉਹ ਰਫੀ ਉਦ ਦਰਜਾਤ ਹੈ। ਇਹ ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ ਜੀ, ਰਫੀ ਉਦ ਦੌਲਾ ਜਿਹਨੂੰ ਸ਼ਾਹ ਦੂਜਾ ਕਿਹਾ ਜਾਂਦਾ ਹੈ, ਰਫੀ ਉਦ ਦੌਲਾ, ਰਫੀ ਉਦ ਦਰਜਾਤ ਦੀ ਮੌਤ ਤੋਂ ਬਾਅਦ ਰਫੀ ਉਦ ਦੌਲਾ ਜਿਹਨੂੰ ਸ਼ਾਹ ਦੂਜੇ ਦਾ ਖਿਤਾਬ ਹਾਸਲ ਹੋਇਆ ਸੀ ਉਹ ਮੁਗਲ ਬਾਦਸ਼ਾਹ ਬਣਿਆ। 1719 ਤੋਂ ਲੈ ਕੇ 1719 ਤੱਕ ਰਿਹਾ, 6 ਜੂਨ ਤੋਂ 17 ਸਤੰਬਰ ਤੱਕ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਹੈ ਰਫੀ ਉਦ ਦਰਜਾਤ, ਇਹਨੂੰ ਧਿਆਨ 'ਚ ਰੱਖਣਾ ਜੀ। ਠੀਕ ਹੈ ਜੀ। ਸਭ ਤੋਂ ਛੋਟਾ ਰਾਜ ਕਰਨ ਵਾਲਾ ਮੁਗਲ ਬਾਦਸ਼ਾਹ ਕੌਣ ਸੀ? ਰਫੀ ਉਦ ਦਰਜਾਤ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਮੁਗਲਾਂ ਤੋਂ ਆਜ਼ਾਦ ਹੋਣ ਵਾਲੇ ਜਿਹੜੇ ਰਾਜ ਦੇ ਸੰਸਥਾਪਕ, ਠੀਕ ਹੈ, ਜਿਹੜਾ ਅਵਧ ਆਜ਼ਾਦ ਹੋ ਗਿਆ ਸੀ ਤੇ ਇਹ ਆਜ਼ਾਦ ਕਰਵਾਇਆ ਸੀ ਸ਼ਹਾਦਤ ਖਾਨ ਨੇ, ਇਹ ਧਿਆਨ 'ਚ ਰੱਖ ਲੈਣਾ। ਹੈਦਰਾਬਾਦ ਹੈ ਇਹ ਚਿਨਕਲਿੰਚ ਖਾਂ, ਠੀਕ ਹੈ, ਜਾਂ ਨਿਜ਼ਾਮ ਉਲ ਮੁਲਕ ਵੀ ਕਿਹਾ ਜਾਂਦਾ ਹੈ, ਇਹਨੇ ਹੈਦਰਾਬਾਦ ਨੂੰ ਆਜ਼ਾਦ ਕਰਾਇਆ ਸੀ। ਰੋਹਿਲਖੰਡ ਹੈ ਵੀਰ ਦਾਊਦ ਅਤੇ ਅਲੀ ਮੁਹੰਮਦ ਨੇ। ਬੰਗਾਲ ਵੈਰੀ ਇੰਪੋਰਟੈਂਟ ਹੈ, ਮੁਰਸ਼ਿਦ ਕੁਲੀ ਖਾਂ। ਅਵਧ ਵੀ ਬਹੁਤ ਇੰਪੋਰਟੈਂਟ ਹੈ ਤੇ ਹੈਦਰਾਬਾਦ ਵੀ ਬਹੁਤ ਇੰਪੋਰਟੈਂਟ ਹੈ। ਕਰਨਾਟਕਾ ਸਾਦੁਤੁੱਲਾ ਖਾਂ, ਠੀਕ ਹੈ, ਇਹ ਵੀ ਇੰਪੋਰਟੈਂਟ ਹੈ ਤੇ ਭਰਤਪੁਰ ਹੈ, ਇਹ ਵੀ ਇੰਪੋਰਟੈਂਟ ਹੈ, ਚੂੜਾਮਣੀ ਤੇ ਬਦਨ ਸਿੰਘ। ਭਰਤਪੁਰ ਆਜ਼ਾਦ ਹੋ ਗਿਆ ਸੀਗਾ, ਠੀਕ ਹੈ ਜੀ, ਤੇ ਚੂੜਾਮਣੀ ਤੇ ਬਦਨ ਸਿੰਘ ਇਹਦੀ ਅਗਵਾਈ ਕਰ ਰਹੇ ਸੀ ਭਰਤਪੁਰ ਨੂੰ ਆਜ਼ਾਦ ਕਰਾਉਣ ਵਿੱਚ। ਕਰਨਾਟਕ ਨੂੰ ਸਾਦੁਤੁੱਲਾ ਖਾਂ, ਬੰਗਾਲ ਨੂੰ ਮੁਰਸ਼ਿਦ ਕੁਲੀ ਖਾਂ ਤੇ ਅਵਧ ਨੂੰ ਸ਼ਹਾਦਤ ਖਾਂ, ਹੈਦਰਾਬਾਦ ਦੇ ਵਿੱਚ ਚਿਨਕਲਿੰਚ ਖਾਂ। ਠੀਕ ਹੈ ਜੀ, ਇਹ ਸਾਰੇ ਤੁਸੀਂ ਧਿਆਨ 'ਚ ਰੱਖਣੇ ਜੀ। ਬੰਗਾਲ ਦੇ ਕਿਸ ਸ਼ਾਸਕ ਨੇ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ? ਮੁਰਸ਼ਿਦ ਕੁਲੀ ਖਾਂ। ਠੀਕ ਹੈ, ਇਹ ਅਵਧ ਦੇ ਵਿੱਚ ਸੀਗਾ। ਠੀਕ ਹੈ ਜੀ, ਸ਼ਹਾਦਤ ਖਾਂ ਚਿਨਕਲਿੰਚ ਹੈਦਰਾਬਾਦ ਸੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਤੇ ਚੂੜਾਮਣੀ ਇਹ ਭਰਤਪੁਰ ਸੀ। ਠੀਕ ਹੈ, ਇਹਨਾਂ ਦੀ ਅਗਵਾਈ ਕਰਕੇ ਇਹਨਾਂ ਰਾਜਾਂ ਦੇ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ। ਹਾਂਜੀ, ਅਗਲਾ ਹੈ ਆਪਣੇ ਕੋਲ ਮੁਹੰਮਦ ਸ਼ਾਹ। ਠੀਕ ਹੈ ਜੀ, ਮੁਹੰਮਦ ਸ਼ਾਹ, ਇਹਦਾ ਕਾਰਜਕਾਲ 1719 ਤੋਂ 48 ਤੱਕ ਚੱਲਦਾ ਹੈ ਤੇ ਇਸ ਨੇ ਜਿਹੜਾ ਜਜ਼ੀਆ ਹੈ ਉਹ ਪੂਰੀ ਤਰ੍ਹਾਂ 1720 ਦੇ ਵਿੱਚ ਖਤਮ ਕਰ ਦਿੱਤਾ ਸੀ। ਜਹਾਂਦਾਰ ਸ਼ਾਹ ਨੇ ਪਹਿਲੀ ਵਾਰ ਖਤਮ ਕੀਤਾ ਸੀ, ਔਰੰਗਜ਼ੇਬ ਦੁਆਰਾ ਲਗਾਇਆ ਗਿਆ, ਇਹਨੇ ਪੂਰੀ ਤਰ੍ਹਾਂ ਬਿਲਕੁਲ ਹੀ ਖਤਮ ਕਰਤਾ। ਠੀਕ ਹੈ ਜੀ, ਸੈਯਦ ਭਰਾਵਾਂ ਨੂੰ ਇਸ ਨੇ ਮਰਵਾ ਦਿੱਤਾ ਸੀ। ਫਰਕਸ਼ੀਅਰ ਮਰਵਾਉਣਾ ਚਾਹੁੰਦਾ ਸੀ ਪਰ ਉਹ ਖੁਦ ਆਪ ਮਰ ਗਿਆ ਸੀ ਤੇ ਮੁਹੰਮਦ ਸ਼ਾਹ ਜਿਹੜਾ ਸੀਗਾ ਇਸ ਨੇ ਸੈਯਦ ਭਰਾਵਾਂ ਨੂੰ ਮਰਵਾ ਦਿੱਤਾ ਸੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਨਿਜ਼ਾਮ ਉਲ ਮੁਲਕ ਦੀ ਅਗਵਾਈ ਦੇ ਵਿੱਚ ਨਿਜ਼ਾਮ ਉਲ ਮੁਲਕ ਚਿਨਕਲਿੰਚ ਖਾਨ ਨੇ ਹੈਦਰਾਬਾਦ ਦੇ ਸੁਤੰਤਰ ਰਾਜ ਦੀ ਜਿਹੜੀ ਨੀਂਹ ਰੱਖੀ ਸੀ ਉਹ ਮੁਹੰਮਦ ਸ਼ਾਹ ਦੇ ਕਾਰਜਕਾਲ ਵਿੱਚ ਰੱਖੀ ਸੀ। ਹੈਦਰਾਬਾਦ ਨੂੰ ਇੱਕ ਸੁਤੰਤਰ ਰਾਜ ਜਿਹੜਾ ਬਣਾਇਆ ਸੀ ਉਹ ਚਿਨਕਲਿੰਚ ਖਾਨ ਨੇ ਬਣਾਇਆ ਸੀਗਾ ਤੇ ਇਹ ਮੁਹੰਮਦ ਸ਼ਾਹ ਦੇ ਕਾਲ ਵਿੱਚ। ਇਸ ਸਮੇਂ ਦੇ ਦੌਰਾਨ ਅਵਧ ਦੇ ਨਵਾਬ ਸ਼ਹਾਦਤ ਖਾਂ, ਬੰਗਾਲ ਦੇ ਜਿਹੜਾ ਸੀਗਾ ਮੁਰਸ਼ਿਦ ਕੁਲੀ ਖਾਂ, ਭਰਤਪੁਰ ਤੇ ਮਥੁਰਾ ਦੇ ਵਿੱਚ ਬਦਨ ਸਿੰਘ, ਗੰਗਾ ਜਮਨਾ, ਦੁਆਬ, ਰੇਲ ਤੇ ਫਾਰੂਕਾਬਾਦ ਦੇ ਵਿੱਚ ਬੰਗਸ਼ ਵੰਸ਼ ਦੇ ਸ਼ਾਸਕਾਂ ਨੇ ਆਪਣੀ ਸੁਤੰਤਰ ਰਾਜਾਂ ਦੀ ਸਥਾਪਨਾ ਕੀਤੀ ਸੀ। ਇਹ ਧਿਆਨ 'ਚ ਰੱਖ ਲੈਣਾ। ਸਾਰੇ ਜਿਹੜੇ ਆਜ਼ਾਦ ਹੋਏ ਆ ਤੇ ਕਿਨੇ ਇਹਦੀ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ, ਸਾਰੇ ਧਿਆਨ 'ਚ ਰੱਖਣੇ ਆ। 1739 ਦੇ ਵਿੱਚ ਨਾਦਰ ਸ਼ਾਹ ਜਿਹੜਾ ਕਿ ਫਾਰਸ ਦਾ ਸ਼ਾਸਕ ਸੀ ਉਸਨੇ ਭਾਰਤ 'ਤੇ ਹਮਲਾ ਕੀਤਾ ਤੇ 1739 ਦੇ ਵਿੱਚ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਹਰਾ ਦਿੱਤਾ। ਮੁਹੰਮਦ ਸ਼ਾਹ ਰੰਗੀਲਾ ਵੀ ਇਹਨੂੰ ਕਿਹਾ ਜਾਂਦਾ। ਠੀਕ ਹੈ ਜੀ, ਇਹ ਧਿਆਨ ਰੱਖ ਲੈਣੇ ਸਾਰੇ ਫੈਕਟ। ਹਾਂਜੀ, ਕਿਸ ਮੁਗਲ ਬਾਦਸ਼ਾਹ ਦੇ ਸ਼ਾਸਨਕਾਲ ਦੇ ਵਿੱਚ ਹੈਦਰਾਬਾਦ ਨੇ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ? ਠੀਕ ਹੈ ਜੀ, ਚਿਨਕਲਿੰਚ ਖਾਨ ਸੀਗਾ ਇਹਨੂੰ ਆਜ਼ਾਦ ਕਰਾਉਣ ਵਾਲਾ ਤੇ ਇਹ ਮੁਹੰਮਦ ਸ਼ਾਹ ਰੰਗੀਲਾ ਦੇ ਰਾਜ ਦੇ ਵਿੱਚ ਹੀ ਇਹਨਾਂ ਨੇ ਆਪਣੇ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ। ਕਿਸ ਮੁਗਲ ਸ਼ਾਸਕ ਦੇ ਵਿੱਚ ਅਵਧ, ਹੈਦਰਾਬਾਦ, ਭਰਤਪੁਰ, ਰੋਹਿਲਖੰਡ ਤੇ ਫਾਰੂਕਾਬਾਦ ਆਜ਼ਾਦ ਹੋਏ ਸੀਗੇ? ਠੀਕ ਹੈ ਜੀ, ਇਹ ਵੀ ਮੁਹੰਮਦ ਸ਼ਾਹ ਰੰਗੀਲਾ ਦੇ ਕਾਰਜ ਦੇ ਵਿੱਚ ਇਹ ਆਜ਼ਾਦ ਹੋਏ ਸੀ। ਨਾਦਰ ਸ਼ਾਹ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? 1739 ਦੇ ਵਿੱਚ ਹਮਲਾ ਕੀਤਾ ਸੀ ਤੇ ਇਸੇ ਨੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈਗਾ ਉਹਨੂੰ ਮਰਵਾ ਦਿੱਤਾ ਸੀ। ਸੈਯਦ ਭਰਾਵਾਂ ਦਾ ਪਤਨ, ਸੈਯਦ ਭਰਾਵਾਂ ਨੂੰ ਕਿਹਨੇ ਮਰਵਾਇਆ ਸੀਗਾ? ਉਹ ਵੀ ਮੁਹੰਮਦ ਸ਼ਾਹ ਰੰਗੀਲੇ ਨੇ ਮਰਵਾਇਆ ਸੀ। ਠੀਕ ਹੈ ਜੀ। ਹਾਂਜੀ, ਨਾਦਰ ਸ਼ਾਹ, ਕੁਝ ਇੰਪੋਰਟੈਂਟ ਫੈਕਟ। ਨਾਦਰ ਸ਼ਾਹ ਦੇ ਨਵਾਬ ਸ਼ਹਾਦਤ ਖਾਨ ਦੇ ਉਕਸਾਉਣ ਦੇ ਨਾਲ ਭਾਰਤ ਆਇਆ ਸੀ। ਠੀਕ ਹੈ ਜੀ, ਧਿਆਨ ਰੱਖ ਲਿਓ। ਨਾਦਰ ਸ਼ਾਹ ਹੈ ਉਹਨੂੰ ਜਿਹੜਾ ਅਵਧ ਦਾ ਨਵਾਬ ਸੀ ਉਹਨੇ ਉਕਸਾਇਆ ਸੀਗਾ ਭਾਰਤ ਵਿੱਚ ਆਉਣ ਲਈ। ਜਦੋਂ ਉਸਨੇ ਸ਼ਹਾਦਤ ਖਾਨ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਬੇਵਸ ਹੋ ਕੇ ਸ਼ਹਾਦਤ ਖਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਠੀਕ ਹੈ ਜੀ, ਧਿਆਨ 'ਚ ਰੱਖਣਾ। ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲੇ ਦਾ ਮੁੱਖ ਉਦੇਸ਼ ਲੁੱਟ ਖਸੁੱਟ ਕਰਨਾ ਸੀਗਾ ਧਨ ਦੀ। ਠੀਕ ਹੈ ਜੀ, ਤਖਤੇ ਹਾਊਸ ਜਿਹੜਾ, ਠੀਕ ਹੈ, ਤੇ ਕੋਹਿਨੂਰ ਹੀਰਾ, ਇਹ ਜਿਹੜਾ ਨਾਦਰ ਸ਼ਾਹ ਆਪਣੇ ਨਾਲ ਫਾਰਸ ਲੈ ਗਿਆ ਸੀ ਤੇ ਮੁਹੰਮਦ ਸ਼ਾਹ ਨੂੰ ਉਹਦੇ ਆਚਰਣ ਦੇ ਕਾਰਨ ਰੰਗੀਲਾ ਸ਼ਾਹ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣੇ ਸਾਰੇ। ਹਾਂਜੀ, ਕੋਹਿਨੂਰ ਹੀਰੇ ਨੂੰ ਕੌਣ ਭਾਰਤ ਵਿੱਚੋਂ ਲੈ ਗਿਆ ਸੀ? ਠੀਕ ਹੈ ਜੀ, ਇਹ ਨਾਦਰ ਸ਼ਾਹ ਲੈ ਗਿਆ ਸੀ ਆਪਣੇ ਨਾਲ। ਠੀਕ ਹੈ, ਨਾਦਰ ਸ਼ਾਹ ਕਿਸ ਦੇ ਉਕਸਾਉਣ ਤੇ ਭਾਰਤ ਆਇਆ ਸੀ? ਠੀਕ ਹੈ ਜੀ, ਇਹ ਅਵਧ ਦੇ ਨਵਾਬ ਜਿਹੜਾ ਹੈਗਾ ਸੀ ਸ਼ਹਾਦਤ ਖਾਂ, ਉਹਦੇ ਕਹਿਣ ਤੇ ਆਇਆ ਸੀ। ਰੰਗੀਲਾ ਬਾਦਸ਼ਾਹ ਕਿਹਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ, ਮੁਹੰਮਦ ਸ਼ਾਹ ਨੂੰ ਰੰਗੀਲਾ ਬਾਦਸ਼ਾਹ ਕਿਹਾ ਜਾਂਦਾ ਹੈ। ਮੁਹੰਮਦ ਸ਼ਾਹ ਅਤੇ ਉਹਨਾਂ ਦੇ ਸੰਸਥਾਪਕਾਂ ਨੇ ਰਾਜ ਦੌਰਾਨ ਆਜ਼ਾਦ ਹੋਏ ਰਾਜਾਂ ਵਿੱਚੋਂ ਕਿਹੜਾ ਜੋੜਾ ਸਹੀ ਨਹੀਂ ਹੈ? ਹਾਂਜੀ, ਬੰਗਾਲ ਨੂੰ ਮੁਰਸ਼ਿਦ ਕੁਲੀ ਖਾਨ ਨੇ ਬਿਲਕੁਲ ਸਹੀ। ਹੈਦਰਾਬਾਦ ਨੂੰ ਨਿਜ਼ਾਮ ਉਲ ਮੁਲਕ, ਠੀਕ ਹੈ ਵੀ, ਨਿਜ਼ਾਮਾਂ ਦੀ ਸੀ ਇਹ। ਫਾਰੂਕਾਬਾਦ ਮੁਹੰਮਦ ਖਾਨ ਬੰਗਸ਼, ਠੀਕ ਹੈ ਵੀ। ਅਵਧ ਨੂੰ ਸ਼ਹਾਦਤ ਖਾਨ ਨੇ ਕਰਾਇਆ ਸੀ, ਨਾ ਕਿ ਇਹਨੇ। ਠੀਕ ਹੈ, ਸ਼ਹਾਦਤ ਖਾਨ। ਠੀਕ ਹੈ ਜੀ, ਤੇ ਇਹ ਜਿਹੜਾ ਸਾਦੁਤੁੱਲਾ ਖਾਨ ਸੀ ਇਹ ਕਰਨਾਟਕਾ ਨੂੰ ਲੀਡ ਕਰਨ ਵਾਲਾ ਸੀ, ਕਰਨਾਟਕਾ ਨੂੰ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਇਹਦਾ ਰਾਈਟ ਆਨਸਰ ਹੋਊਗਾ ਬੀ। ਨਾਦਰ ਸ਼ਾਹ ਦਾ ਭਾਰਤ ਤੇ ਹਮਲਾ ਕਰਨ ਦਾ ਮੁੱਖ ਉਦੇਸ਼ ਕੀ ਸੀ? ਇਸਲਾਮ ਧਰਮ ਦਾ ਪ੍ਰਚਾਰ ਨਹੀਂ, ਭਾਰਤ ਤੇ ਰਾਜ ਕਰਨਾ ਚਾਹੁੰਦਾ ਨਹੀਂ, ਲੁੱਟ ਖਸੁੱਟ ਕਰਨਾ ਚਾਹੁੰਦਾ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ।
ਅਗਲਾ ਟੌਪਿਕ ਹੈ ਜੀ ਆਪਣੇ ਕੋਲ ਅਹਿਮਦ ਸ਼ਾਹ, ਠੀਕ ਹੈ ਜੀ। ਇਹ 1748 ਤੋਂ 1754, ਕਹਿੰਦੇ ਇਸ ਨੇ ਅਵਧ ਦੇ ਸੂਬੇਦਾਰ ਸਫਦਰ ਜੰਗ ਨੂੰ ਆਪਣਾ ਵਜ਼ੀਰ ਨਿਯੁਕਤ ਕਰ ਲਿਆ ਸੀ। ਕਹਿੰਦੇ ਅਹਿਮਦ ਸ਼ਾਹ ਦੇ ਰਾਜ ਵਿੱਚ, ਠੀਕ ਹੈ, ਅਹਿਮਦ ਸ਼ਾਹ ਦੇ ਰਾਜ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ, ਜਿਹਨੂੰ ਦੁਰੇ ਦਰਾਨੀ ਜਾਨੀ ਯੁੱਗ ਦਾ ਮੋਤੀ ਵਜੋਂ ਜਾਣਿਆ ਜਾਂਦਾ, ਅਹਿਮਦ ਸ਼ਾਹ ਅਬਦਾਲੀ ਨੂੰ ਦੁਰੇ ਦਰਾਨੀ ਕਿਹਾ ਜਾਂਦਾ ਹੈ ਜਾਂ ਯੁੱਗ ਦੇ ਮੋਤੀ ਵਜੋਂ ਜਾਣਿਆ ਜਾਂਦਾ ਹੈ। ਉਸਨੇ ਭਾਰਤ ਤੇ ਹਮਲੇ ਕੀਤੇ ਸੀਗੇ, ਕਿਹਦੇ ਅਹਿਮਦ ਸ਼ਾਹ ਦੇ ਰਾਜ ਦੇ ਵਿੱਚ, ਠੀਕ ਹੈ, ਧਿਆਨ ਰੱਖ ਲੈਣਾ। ਇਸ ਨੇ ਅਹਿਮਦ ਸ਼ਾਹ ਦੇ ਰਾਜ ਦੇ ਵਿੱਚ 5 ਹਮਲੇ ਕੀਤੇ ਤੇ ਟੋਟਲ ਕਿੰਨੇ ਕੀਤੇ ਸੀ? 8 ਹਮਲੇ ਕੀਤੇ ਸੀਗੇ, ਧਿਆਨ ਰੱਖ ਲੈਣਾ। ਭਾਰਤ ਤੇ ਕੁੱਲ ਅਹਿਮਦ ਸ਼ਾਹ ਅਬਦਾਲੀ ਨੇ 8 ਹਮਲੇ ਕੀਤੇ ਸੀ ਤੇ ਅਹਿਮਦ ਸ਼ਾਹ ਦੇ ਕਾਲ ਦੇ ਵਿੱਚ 4 ਕੀਤੇ ਸੀ। ਅਗਲਾ ਹੈ ਜੀ ਆਪਣੇ ਕੋਲ ਆਲਮਗੀਰ, ਠੀਕ ਹੈ ਜੀ, 1754 ਤੋਂ ਲੈ ਕੇ 59 ਤੱਕ। ਜਹਾਂਦਾਰ ਦਾ ਪੁੱਤਰ ਹੈ ਜਿਹੜਾ ਅਜੀਜ਼ੁਦੀਨ ਵਜ਼ੀਰ ਇਮਾਦ ਦੀ ਮਦਦ ਦੇ ਨਾਲ ਅਹਿਮਦ ਸ਼ਾਹ ਨੂੰ ਲਾਂਭੇ ਕਰਕੇ, ਠੀਕ ਹੈ ਜੀ, ਅਹਿਮਦ ਸ਼ਾਹ ਨੂੰ ਲਾਂਭੇ ਕਰਕੇ ਆਲਮਗੀਰ ਦੂਜੇ ਮੁਗਲ ਬਾਦਸ਼ਾਹ ਬਣਿਆ ਸੀ, ਇਹ ਧਿਆਨ ਰੱਖ ਲੈਣਾ ਹੈ, ਠੀਕ ਹੈ ਜੀ। ਇਹ ਜਹਾਂਦਾਰ ਦਾ ਪੁੱਤਰ ਸੀਗਾ ਆਲਮਗੀਰ ਦੂਜਾ, ਠੀਕ ਹੈ ਜੀ। ਅਜੀਜ਼ੁਦੀਨ ਇਹਦਾ ਨਾਂ ਸੀਗਾ ਤੇ ਇਹ ਆਲਮਗੀਰ ਦੂਜੇ ਦੇ ਨਾਮ ਦੇ ਨਾਲ ਮੁਗਲ ਬਾਦਸ਼ਾਹ ਬਣਿਆ ਸੀ, ਇਹ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਦੁਰੇ ਦਰਾਨੀ ਜਾਂ ਯੁੱਗ ਦਾ ਮੋਤੀ, ਇਹ ਕਿਹਨੂੰ ਕਿਹਾ ਜਾਂਦਾ? ਅਹਿਮਦ ਸ਼ਾਹ ਅਬਦਾਲੀ ਨੂੰ ਕਿਹਾ ਜਾਂਦਾ। ਭਾਰਤ ਤੇ ਟੋਟਲ 8 ਹਮਲੇ ਕੀਤੇ ਸੀ ਨੇ। ਹਾਂਜੀ, ਅੱਗੇ ਹੈ ਜੀ ਸ਼ਾਹ ਆਲਮ ਦੂਜਾ, 1759 ਤੋਂ ਲੈ ਕੇ 1806 ਤੱਕ। ਸ਼ਾਹ ਆਲਮ ਦੇ ਰਾਜ ਦੇ ਵਿੱਚ ਬਕਸਰ ਦੀ ਲੜਾਈ 1764 ਦੇ ਵਿੱਚ ਹੋਈ, ਇਹਦੇ ਵਿੱਚ 1764 ਆਏਗਾ, ਠੀਕ ਹੈ ਜੀ। ਉਸ ਨੂੰ ਅੰਗਰੇਜ਼ਾਂ ਨੇ ਹੈਕਟਰ ਮੁਨਰੋ ਦੀ ਅਗਵਾਈ ਹੇਠ ਮੁਗਲ ਫੌਜ ਸਜਾਉਦੌਲਾ ਅਵਧ ਦੇ ਨਵਾਬ ਤੇ ਬੰਗਾਲ ਦੇ ਨਵਾਬ ਨੇ ਖਾਸ ਨਵਾਬ ਮੀਆਂ ਮੀਰ ਆਦਿ ਜਿਹੜੀਆਂ ਸੰਯੁਕਤ ਫੌਜਾਂ ਨੂੰ ਹਰਾ ਦਿੱਤਾ ਸੀ ਅੰਗਰੇਜ਼ਾਂ ਨੇ, ਠੀਕ ਹੈ। ਅੰਗਰੇਜ਼ਾਂ ਨੇ ਹੈਕਟਰ ਮੁਨਰੋ ਦੀ ਅਗਵਾਈ ਦੇ ਵਿੱਚ ਬਕਸਰ ਦੀ ਲੜਾਈ ਦੇ ਵਿੱਚ 3 ਧਿਰਾਂ ਸੀ, ਇੱਕ ਪਾਸੇ ਮੁਗਲ ਫੌਜ ਸੀ, ਅਵਧ ਦਾ ਨਵਾਬ ਸੀ ਤੇ ਬੰਗਾਲ ਦਾ ਨਵਾਬ ਸੀ, ਠੀਕ ਹੈ। ਇਹਨਾਂ ਤਿੰਨਾਂ ਨੂੰ ਹਰਾਤਾ ਸੀਗਾ। ਇਸ ਹਾਰ ਦੇ ਨਾਲ ਸ਼ਾਹ ਆਲਮ ਦੂਜੇ ਨੂੰ ਬੰਗਾਲ ਦੇ ਗਵਰਨਰ ਰਾਬਰਟ ਕਲਾਈਵ ਦੇ ਨਾਲ ਇਲਾਹਾਬਾਦ ਦੀ ਸੰਧੀ ਕਰਨੀ ਪਈ, ਠੀਕ ਹੈ, ਯਾਦ ਰੱਖ ਲੈਣਾ ਹੈ। ਬੰਗਾਲ ਦਾ ਜਿਹੜਾ ਨਵਾਬ ਸੀਗਾ ਸ਼ਾਹ ਆਲਮ ਸੀ ਜਿਹੜਾ ਉਸ ਸਮੇਂ ਦਾ ਮੁਗਲ ਬਾਦਸ਼ਾਹ, ਉਸ ਨੂੰ ਬੰਗਾਲ ਦੇ ਗਵਰਨਰ ਰਾਬਰਟ ਕਲਾਈਵ ਦੇ ਨਾਲ ਇਲਾਹਾਬਾਦ ਦੀ ਸੰਧੀ ਕਰਨੀ ਪਈ, ਜਿਸ ਕਾਰਨ ਮੁਗਲ ਬਾਦਸ਼ਾਹ 1765 ਤੋਂ 32 ਈਸਵੀ ਤੱਕ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਇਲਾਹਾਬਾਦ ਵਿੱਚ ਰਿਹਾ, ਠੀਕ ਹੈ ਜੀ, ਧਿਆਨ ਰੱਖਣਾ ਹੈ। ਸ਼ਾਹ ਆਲਮ ਜਿਹੜਾ ਦੂਜਾ ਹੈ ਦੇ ਰਾਜ ਦੌਰਾਨ ਪਾਣੀਪਤ ਦੀ ਤੀਜੀ ਲੜਾਈ ਵੀ ਹੋਈ ਸੀ, 1761 ਵੀ ਇਹਦੇ ਵਿੱਚ ਆਏਗਾ, ਠੀਕ ਹੈ ਜੀ। 1759 ਤੋਂ ਲੈ ਕੇ 1806 ਦੇ ਵਿੱਚ, ਜਿਹੜੀ ਕਿ 1761 ਦੇ ਵਿੱਚ ਲੜੀ ਗਈ ਪਾਣੀਪਤ ਦੀ ਤੀਜੀ ਲੜਾਈ ਮਰਾਠਿਆਂ ਤੇ ਅਹਿਮਦ ਸ਼ਾਹ ਅਬਦਾਲੀ ਦੇ ਵਿਚਕਾਰ, ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਇਹ ਜਿਹੜੇ 8 ਹਮਲਿਆਂ ਦੇ ਵਿੱਚੋਂ 6ਵਾਂ ਹਮਲਾ ਸੀਗਾ, ਠੀਕ ਹੈ, ਧਿਆਨ ਰੱਖ ਲੈਣਾ। ਕਿਸ ਮੁਗਲ ਬਾਦਸ਼ਾਹ ਸ਼ਾਸਕ ਨੇ ਬਕਸਰ ਦੀ ਲੜਾਈ 1764 ਹੋਈ ਸੀਗੀ, ਠੀਕ ਹੈ ਜੀ, ਇਹ ਦੱਸਣਾ ਕਿਸ ਮੁਗਲ ਸ਼ਾਸਕ ਦੇ ਕਾਲ ਦੇ ਵਿੱਚ ਹੋਈ ਸੀ, ਠੀਕ ਹੈ। ਇਹ ਆਪਾਂ ਹਾਂਜੀ, ਇਹਦਾ ਰਾਈਟ ਆਨਸਰ ਹੈਗਾ ਜੀ ਸ਼ਾਹ ਆਲਮ ਦੂਜਾ। ਹਾਂਜੀ, ਅਗਲਾ ਟੌਪਿਕ ਹੈ ਅਕਬਰ ਦੂਜਾ, 1806 ਤੋਂ ਲੈ ਕੇ 1837 ਤੱਕ। ਇਹ ਭਾਰਤ ਦਾ ਪਹਿਲਾ ਬਾਦਸ਼ਾਹ ਸੀ ਜਿਹੜਾ ਅੰਗਰੇਜ਼ਾਂ ਦੀ ਸੁਰੱਖਿਆ ਦੇ ਹੇਠ ਸ਼ਾਸਕ ਬਣਿਆ। ਇਹ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਕਿਹੜਾ ਪਹਿਲਾ ਬਾਦਸ਼ਾਹ ਬਣਿਆ ਸੀਗਾ? ਉਹ ਅਕਬਰ ਦੂਜਾ ਸੀ। ਇਸ ਨੇ ਰਾਜਾ ਰਾਮ ਰਾਏ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ, ਇਹ ਵੀ ਬਹੁਤ ਇੰਪੋਰਟੈਂਟ ਹੈ। ਅਕਬਰ ਨੇ ਰਾਜਾ ਰਾਮ ਦੀ ਜਿਹੜੀ ਪੈਨਸ਼ਨ ਲਗਾਉਣ ਦੇ ਲਈ ਇੰਗਲੈਂਡ ਰਾਜਾ ਰਾਮ ਮੋਹਨ ਰਾਏ ਨੂੰ ਭੇਜਿਆ ਤੇ ਉੱਥੇ ਉਹਨਾਂ ਦੀ ਮੌਤ ਹੋ ਗਈ 1830 ਦੇ ਵਿੱਚ ਬ੍ਰਿਸਟਲ ਇੰਗਲੈਂਡ ਦੇ ਵਿੱਚ, ਠੀਕ ਹੈ ਜੀ, ਕਲੀਅਰ ਹੋ ਗਿਆ। ਬਹਾਦਰ ਸ਼ਾਹ ਦੂਜਾ, ਠੀਕ ਹੈ ਜੀ, 1837 ਤੋਂ ਲੈ ਕੇ 58 ਤੱਕ, ਠੀਕ ਹੈ। ਬਹਾਦਰ ਸ਼ਾਹ ਪਹਿਲਾ ਜਿਹੜਾ ਉਹ ਔਰੰਗਜ਼ੇਬ ਤੋਂ ਬਾਅਦ ਪਹਿਲਾ ਬਾਦਸ਼ਾਹ ਬਣਿਆ ਸੀ ਬਹਾਦਰ ਸ਼ਾਹ ਪਹਿਲਾ, ਇਹ ਬਹਾਦਰ ਸ਼ਾਹ ਦੂਜਾ ਜੀ, ਧਿਆਨ 'ਚ ਰੱਖ ਲੈਣਾ। ਇਹ ਆਖਰੀ ਮੁਗਲ ਬਾਦਸ਼ਾਹ ਸੀ ਤੇ ਪ੍ਰਸਿੱਧ ਸ਼ਾਇਰ ਹੋਣ ਕਰਕੇ ਇਹਨੂੰ ਜਫਰ ਵੀ ਕਿਹਾ ਜਾਂਦਾ ਸੀ, ਬਹਾਦਰ ਸ਼ਾਹ ਜਫਰ ਵੀ ਕਿਹਾ ਜਾਂਦਾ। ਤੇ 1857 ਦੇ ਵਿੱਚ ਦੇ ਵਿਦਰੋਹ ਦੇ ਵਿੱਚ ਵਿਦਰੋਹੀਆਂ ਦਾ ਸਮਰਥਨ ਕਰਨ ਦੇ ਲਈ ਤੇ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਰੰਗੂਨ ਭੇਜ ਦਿੱਤਾ, ਜਿੱਥੇ ਉਹਦੀ 1862 ਦੇ ਵਿੱਚ ਮੌਤ ਹੋ ਗਈ, ਠੀਕ ਹੈ ਜੀ, ਧਿਆਨ ਰੱਖਣਾ। ਅੰਤਮ ਮੁਗਲ ਬਾਦਸ਼ਾਹ ਕੌਣ ਸੀ? ਬਹਾਦਰ ਸ਼ਾਹ ਦੂਜਾ ਸੀ, ਠੀਕ ਹੈ ਜੀ, ਤੇ ਇਹਨੂੰ ਜਫਰ ਵੀ ਕਿਹਾ ਜਾਂਦਾ ਸੀ ਤੇ ਰੰਗੂਨ ਭੇਜਿਆ ਸੀ ਇਹਨੂੰ 1857 ਦੇ ਵਿਦਰੋਹ ਦੇ ਵਿੱਚ ਵਿਦਰੋਹੀਆਂ ਦਾ ਸਮਰਥਨ ਕਰਨ ਦੇ ਲਈ, ਠੀਕ ਹੈ ਜੀ, ਤੇ ਉੱਥੇ ਰੰਗੂਨ ਦੇ ਵਿੱਚ 1862 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਹਾਂਜੀ, ਬਹਾਦਰ ਸ਼ਾਹ ਦੂਜਾ ਕਿੱਥੇ ਭੇਜਿਆ ਗਿਆ ਸੀ? ਅਰੈਸਟ ਕਰਕੇ ਇਹਨੂੰ ਰੰਗੂਨ ਭੇਜਿਆ ਗਿਆ ਸੀ। ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਖਿਤਾਬ ਕਿਹਨੇ ਦਿੱਤਾ ਸੀ? ਅਕਬਰ ਦੂਜੇ ਨੇ ਦਿੱਤਾ ਸੀ, ਇੱਥੇ ਆਪਸ਼ਨ ਨਹੀਂ ਹੈਗੀ, ਇਹ ਧਿਆਨ 'ਚ ਰੱਖ ਲਿਓ, ਅਕਬਰ ਦੂਜੇ ਨੇ ਦਿੱਤਾ ਸੀ, ਠੀਕ ਹੈ ਜੀ। ਹਾਂਜੀ, ਆਖਰੀ ਮੁਗਲ ਬਾਦਸ਼ਾਹ ਕੌਣ ਸੀ? ਠੀਕ ਹੈ ਜੀ, ਇਹ ਸੀਗਾ ਬਹਾਦਰ ਸ਼ਾਹ ਜਫਰ ਦੂਜਾ। 1857 ਦੇ ਵਿਦਰੋਹ ਵਿੱਚ ਬਾਗੀਆਂ ਨੇ ਕਿਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਐਲਾਨਿਆ? ਠੀਕ ਹੈ ਜੀ, ਇਹ 1857 ਦੇ ਵਿਦਰੋਹ ਦੀ ਗੱਲ ਹੋ ਰਹੀ ਹੈ, ਉਸ ਸਮੇਂ ਬਹਾਦਰ ਸ਼ਾਹ ਦੂਜਾ ਸੀਗਾ, ਜਫਰ ਜਿਹਨੂੰ ਕਹਿੰਦੇ ਆਪਾਂ। ਜਫਰ ਦੇ ਨਾਮ ਨਾਲ ਕੌਣ ਜਾਣਿਆ ਜਾਂਦਾ ਹੈ? ਬਹਾਦਰ ਸ਼ਾਹ ਦੂਜਾ ਜਾਣਿਆ ਜਾਂਦਾ ਹੈ। ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਕਿਹੜਾ ਮੁਗਲ ਬਾਦਸ਼ਾਹ ਬਣਿਆ ਸੀ? ਇਹ ਅਕਬਰ ਦੂਜਾ ਬਣਿਆ ਸੀ। ਹਾਂਜੀ, ਅਗਲਾ ਜਿਹੜਾ ਟੌਪਿਕ ਹੈ ਉਹ ਹੈ ਆਪਣਾ ਬ੍ਰਿਟਿਸ਼ ਸ਼ਾਸਨ ਅਧੀਨ ਸਿੱਖਿਆ। ਠੀਕ, ਹਾਂਜੀ, ਕੁਝ ਇੰਪੋਰਟੈਂਟ ਫੈਕਟ ਹੈ, ਇਹ ਧਿਆਨ 'ਚ ਰੱਖਣੇ ਆ। ਬ੍ਰਿਟਿਸ਼ ਜਿਹੜੀ ਵਿਦਿਅਕ ਨੀਤੀ ਹੈ ਅਤੇ ਆਧੁਨਿਕ ਸਿੱਖਿਆ ਦੇ ਵਿਕਾਸ ਦਾ ਇਹ ਪਹਿਲਾ ਪੜਾਅ ਹੈ, ਇਹ ਹੈਗਾ 1758 ਤੋਂ 1812 ਤੱਕ। ਇਸ ਪੜਾਅ ਦੇ ਵਿੱਚ ਕੀ ਕੀ ਘਟਨਾਵਾਂ ਹੋਈਆਂ ਤੇ ਚੱਲਦੇ ਹਾਂ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਸਮੇਂ ਦੌਰਾਨ ਆਪਣੇ ਵਿਸ਼ਿਆਂ ਦੀ ਸਿੱਖਿਆ ਵਿੱਚ ਬਹੁਤ ਘੱਟ ਜਿਹੜਾ ਇੰਟਰਸਟ ਹੈ ਦਿਖਾਇਆ ਸੀ। ਠੀਕ ਹੈ ਜੀ, ਈਸਟ ਇੰਡੀਆ ਕੰਪਨੀ ਨੇ ਇਸ ਸਮੇਂ ਦੌਰਾਨ 1758 ਤੋਂ ਲੈ ਕੇ 1812 ਤੱਕ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਇੰਟਰਸਟ ਨਹੀਂ ਦਿਖਾਇਆ। ਕਲਕੱਤਾ ਮਦਰਸੇ ਦੀ ਸਥਾਪਨਾ ਜਿਹੜੀ ਹੈ ਉਹ ਵਾਰਨ ਹੇਸਟਿੰਗ ਨੇ 1781 ਦੇ ਵਿੱਚ ਕੀਤੀ ਸੀ। ਠੀਕ ਹੈ, ਮੁਸਲਿਮ ਕਾਨੂੰਨ ਤੇ ਵਿਸ਼ਿਆਂ ਦਾ ਅਧਿਐਨ ਕਰਨ ਦੇ ਲਈ। ਠੀਕ ਹੈ, ਧਿਆਨ ਰੱਖ ਲਿਓ, ਇਹ ਕਲਕੱਤਾ ਮਦਰਸੇ ਦੀ ਸਥਾਪਨਾ ਕਿਹਨੇ ਕੀਤੀ ਸੀ? ਵਾਰਨ ਹੇਸਟਿੰਗ ਨੇ 1781 ਦੇ ਵਿੱਚ ਕੀਤੀ ਸੀ, ਤੇ ਮੁਸਲਿਮ ਕਾਨੂੰਨ ਦੇ ਵਿਸ਼ਿਆਂ ਦਾ ਅਧਿਐਨ ਕਰਨ ਦੇ ਲਈ। ਠੀਕ ਹੈ ਜੀ, ਵਾਰਾਣਸੀ ਦੇ ਵਿੱਚ 1792 ਦੇ ਵਿੱਚ ਸੰਸਕ੍ਰਿਤ ਕਾਲਜ ਦੀ ਸਥਾਪਨਾ ਜੋਨਾਥਨ ਡੰਕਨ ਦੁਆਰਾ ਕੀਤੀ ਸੀ, ਇਹ ਹਿੰਦੂ ਕਾਨੂੰਨ ਤੇ ਫਿਲਾਸਫੀ ਦਾ ਅਧਿਐਨ ਕਰਨ ਦੇ ਲਈ। ਧਿਆਨ ਦਿਓ, ਜਿਹੜਾ ਉੱਪਰਲਾ ਸੀਗਾ ਉਹ ਮੁਸਲਮਾਨ
ਠੀਕ ਹੈ। 1781 ਦੇ ਵਿੱਚ ਕਲਕੱਤਾ ਮਦਰਸਾ ਉਹ ਮੁਸਲਮਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਉਹਨਾਂ ਦੇ ਕਾਨੂੰਨ ਬਾਰੇ, ਉਹਨਾਂ ਦੇ ਵਿਸ਼ਿਆਂ ਬਾਰੇ। ਤੇ ਵਾਰਾਣਸੀ ਦੇ ਵਿੱਚ ਇਹ ਸੰਸਕ੍ਰਿਤ ਕਾਲਜ ਦੀ ਸਥਾਪਨਾ ਜੋਨਾਥਨ ਡੰਕਨ ਨੇ ਕੀਤੀ ਸੀ, ਇਹ ਹਿੰਦੂਆਂ ਬਾਰੇ ਕਾਨੂੰਨ ਦੇ ਫਲਸਫੇ ਤੇ ਫਿਲਾਸਫੀ ਬਾਰੇ ਜਾਣਕਾਰੀ ਕਰਨ ਦੇ ਲਈ। ਦੋਹਾਂ ਸੰਸਥਾਨਾਂ ਨੂੰ ਬਣਾਇਆ ਗਿਆ, ਠੀਕ ਹੈ ਜੀ, ਯੋਗ ਅਤੇ ਤਜਰਬੇਕਾਰ ਭਾਰਤੀਆਂ ਨੂੰ ਤਿਆਰ ਕਰਨ ਵਾਸਤੇ। ਇਹ ਦੋਨੋਂ ਆਰਗੇਨਾਈਜੇਸ਼ਨ ਸਟੈਬਲਿਸ਼ ਕੀਤੀਆਂ ਗਈਆਂ ਤਾਂ ਜੋ ਵੀ ਇਹਨਾਂ ਵਿੱਚ ਪੜ੍ਹ ਕੇ ਤਜਰਬੇਕਾਰ ਤੇ ਯੋਗ ਭਾਰਤੀ ਤਿਆਰ ਹੋਣ ਤੇ ਉਹ ਭਾਰਤੀ ਕੰਪਨੀ ਦੀਆਂ ਅਦਾਲਤਾਂ ਦੇ ਵਿੱਚ ਕਾਨੂੰਨ ਦੇ ਪ੍ਰਬੰਧਨ ਦੇ ਵਿੱਚ ਸਹਾਇਤਾ ਕਰਨ। ਠੀਕ ਹੈ ਜੀ, ਇਹ ਤਾਂ ਕਰਕੇ ਦੋਨੋਂ ਖੋਲ੍ਹੇ ਗਏ ਸੀ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ, ਨਾ ਕਿ ਭਾਰਤੀਆਂ ਨੂੰ ਜਾਗਰੂਕ ਜਾਂ ਸਿੱਖਿਆ ਦੇਣ ਵਾਸਤੇ। ਠੀਕ ਹੈ ਜੀ। ਹਾਂਜੀ, ਕਲਕੱਤਾ ਮਦਰਸੇ ਦੀ ਸਥਾਪਨਾ ਵਾਰਨ ਹੇਸਟਿੰਗ ਦੁਆਰਾ ਮੁਸਲਿਮ ਕਾਨੂੰਨ ਤੇ ਵਿਸ਼ਿਆਂ ਦੇ ਅਧਿਐਨ ਦੇ ਲਈ ਕੀਤੀ ਗਈ ਸੀ। 1781 ਦੇ ਵਿੱਚ ਸੀ। ਠੀਕ ਹੈ ਜੀ। 1792 ਦੇ ਵਿੱਚ ਸੰਸਕ੍ਰਿਤ ਕਾਲਜ ਦੀ ਜੋਨਾਥਨ ਡੰਕਨ ਦੁਆਰਾ ਹਿੰਦੂ ਕਾਲਜ ਦੇ ਫਿਲਾਸਫੀ ਦੇ ਲਈ ਅਧਿਐਨ ਕੀਤੀ ਗਈ ਸੀ। ਇਹ ਕਿੱਥੇ ਕੀਤੀ ਸੀਗੀ? ਇਹ ਵਾਰਾਣਸੀ ਦੇ ਵਿੱਚ ਕੀਤੀ ਸੀ, ਧਿਆਨ ਰੱਖ ਲੈਣਾ ਜੀ ਨੂੰ। ਹਾਂਜੀ, ਦੂਸਰਾ ਪੜਾਅ 1813 ਤੋਂ ਲੈ ਕੇ 1853 ਤੱਕ ਦਾ ਹੈ। ਭਾਰਤ ਵਿੱਚ ਆਧੁਨਿਕ ਸਿੱਖਿਆ ਨੂੰ ਉਤਸ਼ਾਹਿਤ ਤੇ ਪ੍ਰਮੋਟ ਕਰਨ ਦੇ ਲਈ ਜਿਹੜੇ ਈਸਾਈ ਮਿਸ਼ਨਰੀ ਸੀ, ਠੀਕ ਹੈ, ਜਿਹੜੇ ਕ੍ਰਿਸਚਨ ਮਿਸ਼ਨਰੀ ਸੀਗੇ, ਉਹਨਾਂ ਨੇ ਕੰਪਨੀ ਦੇ ਉੱਪਰ ਦਬਾਅ ਬਣਾਇਆ। ਠੀਕ ਹੈ ਜੀ। ਤੇ ਬਹੁਤ ਸਾਰੇ ਜਿਹੜੇ ਮਾਨਵਤਾਵਾਦੀ ਸੀਗੇ ਲੋਕ, ਉਹਨਾਂ ਨੇ ਕੰਪਨੀ ਦੇ ਉੱਪਰ ਦਬਾਅ ਬਣਾਇਆ ਵੀ ਤੁਸੀਂ ਐਜੂਕੇਸ਼ਨ ਵੱਲ ਵੀ ਧਿਆਨ ਦਿਓ। ਠੀਕ ਹੈ। ਇਸ ਤੋਂ ਬਾਅਦ 1813 ਦੇ ਚਾਰਟਰ ਐਕਟ ਦੇ ਵਿੱਚ ਪਹਿਲੀ ਵਾਰ ਕੰਪਨੀ ਨੇ ਭਾਰਤੀਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਲਈ ਸਾਲਾਨਾ 1 ਲੱਖ ਰੁਪਏ ਖਰਚ ਕਰਨ ਦੀ ਵਿਵਸਥਾ ਰੱਖੀ। ਵੈਰੀ ਇੰਪੋਰਟੈਂਟ। ਠੀਕ ਹੈ ਜੀ। ਇਸ ਪੜਾਅ ਦੇ ਪਹਿਲੇ ਹਿੱਸੇ ਦੇ ਦੌਰਾਨ ਸਿੱਖਿਆ ਦੀ ਪ੍ਰਕਿਰਤੀ ਦੇ ਸੰਬੰਧ ਵਿੱਚ ਦੋ ਵਿਵਾਦ ਪੈਦਾ ਹੋ ਗਏ। ਪਹਿਲਾ ਵਿਵਾਦ ਕੀ ਸੀਗਾ ਵੀ ਜਿਹੜੀ ਸਿੱਖਿਆ ਦਿੱਤੀ ਜਾਣੀ ਹੈ ਉਹ ਆਧੁਨਿਕ ਸਿੱਖਿਆ ਦਿੱਤੀ ਜਾਵੇ ਜਾਂ ਭਾਰਤੀਆਂ ਦੀ ਜਿਹੜੀ ਪਰੰਪਰਾਗਤ ਜਿਹੜੀ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ ਉਹ ਸਿੱਖਿਆ ਦਿੱਤੀ ਜਾਵੇ। ਮਤਲਬ ਕਿ ਇਹ ਕਲਾਸੀਕਲ ਐਜੂਕੇਸ਼ਨ ਦਿੱਤੀ ਜਾਵੇ ਜਾਂ ਵੈਸਟਰਨ ਐਜੂਕੇਸ਼ਨ ਦਿੱਤੀ ਜਾਵੇ। ਸਭ ਤੋਂ ਪਹਿਲਾ ਸਵਾਲ ਇਹ ਪੈਦਾ ਹੋ ਗਿਆ, ਇਹਦੇ ਤੇ ਬਹਿਸ ਚੱਲੀ। ਦੂਸਰਾ ਇਹ ਪੈਦਾ ਹੋ ਗਿਆ, ਚਲੋ ਵੀ ਫੈਸਲਾ ਹੋ ਗਿਆ ਵੀ ਪੱਛਮੀ ਸਿੱਖਿਆ ਦੇਣੀ ਹੈ, ਵੈਸਟਰਨ ਸਿੱਖਿਆ ਦੇਣੀ ਹੈ। ਫਿਰ ਉਹ ਕਿਸ ਮੀਡੀਅਮ 'ਚ ਦੇਣੀ ਹੈ, ਵੀ ਇੰਗਲਿਸ਼ ਮੀਡੀਅਮ ਦੇ ਵਿੱਚ ਦੇਣੀ ਹੈ ਜਾਂ ਭਾਰਤੀ ਭਾਸ਼ਾਵਾਂ ਦੇ ਵਿੱਚ ਦੇਣੀ ਹੈ। ਦੂਜਾ ਇਹ ਪੈਦਾ ਹੋ ਗਿਆ। ਇਹਨਾਂ ਦੋਹਾਂ ਵਿਵਾਦਾਂ ਦਾ ਨਿਪਟਾਰਾ 1835 ਦੇ ਵਿੱਚ ਹੋਇਆ, ਜਦੋਂ ਲਾਰਡ ਵਿਲੀਅਮ ਬੈਂਟਿਕ ਨੇ ਰਾਜਾ ਰਾਮ ਮੋਹਨ ਰਾਏ ਦੇ ਸਹਿਯੋਗ ਦੇ ਨਾਲ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਸ਼ੁਰੂ ਕਰਵਾਈ ਸੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਹੈ। ਰਾਜਾ ਰਾਮ ਮੋਹਨ ਰਾਏ ਦੇ ਸਹਿਯੋਗ ਦੇ ਨਾਲ ਲਾਰਡ ਵਿਲੀਅਮ ਬੈਂਟਿੰਗ ਨੇ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਸ਼ੁਰੂ ਕਰਾਈ ਸੀ। ਠੀਕ ਹੈ। ਲਾਰਡ ਮੈਕਾਲੇ ਸੀਗਾ ਉਹ ਅਪੁਆਇੰਟ ਕੀਤਾ ਸੀ ਉਹਨੇ, ਤੇ ਲਾਰਡ ਮੈਕਾਲੇ ਨੇ ਰਿਕਮੈਂਡੇਸ਼ਨ ਕੀਤੀ ਸੀ ਅੰਗਰੇਜ਼ੀ ਮੀਡੀਅਮ ਦੇ ਵਿੱਚ ਜਿਹੜੀ ਉਹ ਪੜ੍ਹਾਈ ਕਰਾਈ ਜਾਵੇ। ਠੀਕ ਹੈ, ਧਿਆਨ ਰੱਖ ਲਿਓ, ਇਹ ਵੈਰੀ ਇੰਪੋਰਟੈਂਟ ਹੈ। ਹਾਂਜੀ, ਪੱਛਮੀ ਸਿੱਖਿਆ ਨੂੰ ਫੈਲਾਉਣ ਦੇ ਲਈ ਕਿਸ ਨੇ ਅੰਗਰੇਜ਼ੀ ਮਾਧਿਅਮ ਲਾਗੂ ਕੀਤਾ ਸੀ? ਠੀਕ ਹੈ, ਲਾਰਡ ਵਿਲੀਅਮ ਬੈਂਟਿਕ ਨੇ। ਤੇ ਲਾਰਡ ਮੈਕਾਲੇ ਸੀਗਾ ਜਿਸ ਨੇ ਰਿਕਮੈਂਡੇਸ਼ਨ ਦਿੱਤੀ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਇਸ ਚਾਰਟਰ ਐਕਟ ਦੇ ਵਿੱਚ ਕੰਪਨੀ ਨੇ ਭਾਰਤੀਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਲਈ ਸਾਲਾਨਾ 1 ਲੱਖ ਰੁਪਏ ਖਰਚ ਕਰਨ ਦੀ ਵਿਵਸਥਾ ਰੱਖੀ। ਇਹ 1813 ਦਾ ਚਾਰਟਰ ਐਕਟ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, 1844 ਦੇ ਵਿੱਚ ਅੰਗਰੇਜ਼ੀ ਸਿੱਖਿਆ ਦੀ ਸਫਲਤਾ ਯਕੀਨੀ ਬਣਾਉਣ ਦੇ ਲਈ ਹਾਰਡਿੰਗ ਨੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹ ਰਹੇ ਭਾਰਤੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ। ਠੀਕ ਹੈ ਜੀ। ਹਾਰਡਿੰਗ ਸੀਗਾ 1844 ਦੇ ਵਿੱਚ ਭਾਰਤ ਦਾ ਜਿਹੜਾ ਉਸ ਸਮੇਂ ਦਾ ਵਾਇਸਰਾਏ ਕਹਿ ਲਓ। ਠੀਕ ਹੈ। ਉਸਨੇ ਕੀ ਕਿਹਾ? ਉਸਨੇ ਕਿਹਾ ਵੀ ਉਹਨਾਂ ਹੀ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੇਗੀ ਜਿਹੜੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ। ਠੀਕ ਹੈ, ਜਿਹੜੇ ਅੰਗਰੇਜ਼ੀ ਮੀਡੀਅਮ ਦੇ ਵਿੱਚ ਪੜ੍ਹ ਰਹੇ ਆ। ਇਸ ਤਰ੍ਹਾਂ ਬੰਗਾਲ, ਬੰਬਈ, ਮਦਰਾਸ ਦੀਆਂ 3 ਪ੍ਰੈਜ਼ੀਡੈਂਸੀਆਂ ਦੇ ਵਿੱਚ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਤੇ ਕਾਲਜਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਤਾਂ ਫਿਰ ਕੀ ਹੋਇਆ? ਭਾਰਤੀਆਂ ਨੇ ਫਿਰ ਆਪਣੀ ਜਿਹੜੀ ਭਾਰਤੀ ਭਾਸ਼ਾਵਾਂ ਨੂੰ ਛੱਡ ਕੇ ਅੰਗਰੇਜ਼ੀ ਦੇ ਵਿੱਚ ਜਿਹੜੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸਰਕਾਰੀ ਨੌਕਰੀ ਲੈਣ ਦੇ ਖਾਤਰ। ਤੇ ਇਸ ਕਰਕੇ ਲੋਕਾਂ ਦੀ ਜਦੋਂ ਦਾਖਲਿਆਂ ਦੀ ਵਿੱਚ ਵਾਧਾ ਹੋਇਆ ਤਾਂ ਸਕੂਲਾਂ ਤੇ ਕਾਲਜਾਂ ਦੀ ਗਿਣਤੀ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਬੰਬੇ, ਬੰਗਾਲ ਤੇ ਮਦਰਾਸ ਦੇ ਵਿੱਚ। ਠੀਕ ਹੈ, ਧਿਆਨ ਰੱਖਣਾ। ਵੱਡੀ ਗਿਣਤੀ ਦੇ ਵਿੱਚ ਐਲੀਮੈਂਟਰੀ ਸਕੂਲ ਖੋਲ੍ਹਣ ਦੀ ਬਜਾਏ ਕੁਝ ਕੁ ਸਕੂਲ ਕਾਲਜ ਖੋਲ੍ਹ ਕੇ ਸਰਕਾਰੀ ਨੀਤੀ ਨੇ ਲੋਕਾਂ ਦੀ ਸਿੱਖਿਆ ਨੂੰ ਅਣਗੌਲਾ ਕੀਤਾ। ਠੀਕ ਹੈ, ਵੀ ਲੋਕ ਧੜੱਲੇ ਦੇ ਨਾਲ ਜਿਹੜੀ ਆ ਉਹ ਐਡਮਿਸ਼ਨ ਚਾਹ ਰਹੇ ਸੀਗੇ, ਪਰ ਸਕੂਲ ਕਾਲਜ ਸਰਕਾਰ ਨੇ ਬਹੁਤੇ ਨਹੀਂ ਖੋਲ੍ਹੇ। ਠੀਕ ਹੈ, ਤੇ ਜਾਣੀ ਕਿ ਸਰਕਾਰ ਨੇ ਇਸ ਆਮ ਲੋਕਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਠੀਕ ਹੈ, ਫਿਰ ਸਰਕਾਰ ਨੇ ਆਪਣੀ ਜਿਹੜੇ ਨੁਕਸ ਸੀ ਵੀ ਸਕੂਲ ਘੱਟ ਖੋਲ੍ਹੇ, ਉਸ ਨੂੰ ਨੀਤੀ ਨੂੰ ਛੁਪਾਉਣ ਦੇ ਲਈ ਅੰਗਰੇਜ਼ਾਂ ਨੇ ਡਾਊਨਵਰਡ ਫਿਲਟਰੇਸ਼ਨ ਥਿਊਰੀ ਨੂੰ ਅਪਣਾਇਆ। ਡਾਊਨਵਰਡ ਫਿਲਟਰੇਸ਼ਨ ਥਿਊਰੀ ਕੀ ਕਹਿੰਦੀ ਹੈ? ਇਸ ਥਿਊਰੀ ਦੇ ਵਿੱਚ ਕੀ ਹੈ? ਸਭ ਤੋਂ ਪਹਿਲਾਂ ਜਿਹੜੇ ਅਮੀਰ ਲੋਕਾਂ ਦੇ ਬੱਚੇ ਹੈ ਉਹ ਅੰਗਰੇਜ਼ੀ ਮੀਡੀਅਮ ਦੇ ਵਿੱਚ ਦਾਖਲੇ ਦਿਓ ਉਹਨਾਂ ਨੂੰ, ਤੇ ਜੇ ਸੀਟਾਂ ਬਾਕੀ ਰਹਿ ਗਈਆਂ ਫਿਰ ਗਰੀਬਾਂ ਦੇ ਬੱਚਿਆਂ ਨੂੰ ਦੇ ਦਿਓ। ਇਹਨੂੰ ਕਹਿੰਦੇ ਡਾਊਨਵਰਡ ਫਿਲਟਰੇਸ਼ਨ ਥਿਊਰੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਉੱਚ ਵਰਗ ਨੂੰ ਤੇ ਬਾਅਦ ਵਿੱਚ ਆਮ ਜਨਤਾ ਨੂੰ ਇਹਦੇ ਵਿੱਚ ਆਧੁਨਿਕ ਸਿੱਖਿਆ ਦਿੱਤੀ ਜਾਣੀ ਸੀ ਅੰਗਰੇਜ਼ੀ ਮਾਧਿਅਮ ਦੇ ਵਿੱਚ। ਇਹ ਨੀਤੀ ਹੈ ਜਿਹੜੀ ਬ੍ਰਿਟਿਸ਼ ਸ਼ਾਸਨ ਦੇ ਅੰਤ ਤੱਕ ਜਾਰੀ ਰਹੀ। ਹਾਲਾਂਕਿ ਇਸ ਨੂੰ ਅਧਿਕਾਰਿਤ ਤੌਰ ਤੇ 1854 ਦੇ ਵਿੱਚ ਛੱਡ ਦਿੱਤਾ ਗਿਆ। 1854 ਦੇ ਵਿੱਚ ਜਦੋਂ ਵੁੱਡ ਡਿਸਪੈਚ ਆਉਂਦਾ ਹੈ ਉਦੋਂ ਡਾਊਨਵਰਡ ਫਿਲਟਰੇਸ਼ਨ ਥਿਊਰੀ ਹੈ ਇਹਨੂੰ ਛੱਡ ਦਿੱਤਾ ਜਾਂਦਾ ਹੈ। ਪਤਾ ਲੱਗ ਗਿਆ ਡਾਊਨਵਰਡ ਫਿਲਟਰੇਸ਼ਨ ਥਿਊਰੀ ਕੀ ਹੈ। ਪਹਿਲਾਂ ਉੱਚ ਵਰਗ ਦੇ ਲੋਕਾਂ ਨੂੰ ਦਾਖਲੇ ਦਿੱਤੇ ਜਾਣਗੇ ਵੈਸਟਰਨ ਐਜੂਕੇਸ਼ਨ ਦੇ ਲਈ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਵਿੱਚ, ਉਸ ਤੋਂ ਬਾਅਦ ਆਮ ਜਨਤਾ ਨੂੰ। ਠੀਕ ਹੈ ਜੀ। ਤੇ ਹਾਂਜੀ, ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਭਾਰਤੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕਿਹਨੇ ਕੀਤਾ ਸੀ? ਲਾਰਡ ਹਾਰਡਿੰਗ ਨੇ 1844 ਦੇ ਵਿੱਚ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਤੀਸਰਾ ਪੜਾਅ ਹੈ ਇਹ ਵੁੱਡ ਡਿਸਪੈਚ ਹੈ। ਇਹ ਚੱਲਦਾ ਜੀ ਤੀਜਾ ਪੜਾਅ 1854 ਤੋਂ ਲੈ ਕੇ 1900 ਤੱਕ। ਵੁੱਡ ਡਿਸਪੈਚ 1854 ਦੇ ਵਿਦਿਅਕ ਡਿਸਪੈਚ ਨੂੰ ਵੁੱਡ ਡਿਸਪੈਚ ਕਿਹਾ ਜਾਂਦਾ ਹੈ। ਸਰ ਚਾਰਲਸ ਵੁੱਡ ਬੋਰਡ ਆਫ ਕੰਟਰੋਲ ਦੇ ਤਤਕਾਲੀ ਪ੍ਰਧਾਨ ਸੀ। ਠੀਕ ਹੈ ਜੀ, ਤਾਂ ਹੀ ਕਰਕੇ ਉਹਨੂੰ ਵੁੱਡ ਡਿਸਪੈਚ ਕਹਿੰਦਾ, ਉਹਨਾਂ ਦੇ ਨਾਂ ਤੇ ਵੁੱਡ ਡਿਸਪੈਚ ਰੱਖਤਾ, ਜੋ ਬਾਅਦ ਵਿੱਚ ਭਾਰਤ ਰਾਜ ਦੇ ਲਈ ਪਹਿਲੇ ਸਕੱਤਰ ਬਣੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਜਿਹੜਾ ਸਕੱਤਰ ਹੈ ਉਹ ਮਹਾਰਾਣੀ ਜਿਹੜੀ ਸੀਗੀ ਬ੍ਰਿਟਿਸ਼ ਮਹਾਰਾਣੀ ਸੀ, ਉਹਨੇ 1858 ਦੇ ਐਕਟ ਵਿੱਚ ਸਕੱਤਰ ਦੇ ਅਹੁਦੇ ਨੂੰ ਬਣਾਇਆ ਸੀਗਾ, ਕਿਉਂਕਿ ਉਹਨੇ ਕੰਪਨੀ ਦੇ ਜਿਹੜੀਆਂ ਕੰਮਕਾਜ ਹੈ ਉਹ ਸਾਰੇ ਸਮਾਪਤ ਕਰ ਦਿੱਤੇ ਸੀ, ਉਹਦੀ ਮੋਨੋਪੋਲੀ ਖਤਮ ਕਰਕੇ, ਤੇ ਪੂਰਾ ਭਾਰਤ ਤੇ ਕੰਟਰੋਲ ਆ ਬ੍ਰਿਟਿਸ਼ ਦਾ ਆ ਗਿਆ ਸੀ। ਤੇ ਉਹਦੇ ਲਈ ਤਾਜ ਦੇ ਲਈ ਇਹ ਸਾਰੇ
ਭਾਰਤ 'ਤੇ ਕੰਟਰੋਲ ਕਰਨਾ ਔਖਾ ਸੀ ਤਾਂ ਉਦੋਂ ਉਹਨਾਂ ਨੇ ਇੱਕ ਨਵਾਂ ਉਹਦਾ ਕ੍ਰੀਏਟ ਕੀਤਾ ਸੀਗਾ, ਉਹ ਸੀਗਾ 77 ਦਾ। ਠੀਕ ਹੈ ਜੀ। ਤੇ ਇਹ ਚਾਰਲਸ ਵੁੱਡ ਜਿਹੜੇ ਹੈਗੇ ਬਾਅਦ ਵਿੱਚ ਉਹ 77 ਬਣੇ ਸੀ ਭਾਰਤ ਰਾਜ ਦੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਵੁੱਡ ਡਿਸਪੈਚ ਭਾਰਤ ਦੇ ਵਿੱਚ ਆਧੁਨਿਕ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸੀ, ਧਿਆਨ ਰੱਖ ਲੈਣਾ ਹੈ। ਠੀਕ ਹੈ, ਇਸ ਨੂੰ ਅੰਗਰੇਜ਼ੀ ਸਿੱਖਿਆ ਦੇ ਵਿੱਚ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਨੇ ਫਿਲਟਰੇਸ਼ਨ ਥਿਊਰੀ ਨੂੰ ਰੱਦ ਕਰ ਦਿੱਤਾ। ਜਨ ਸਿੱਖਿਆ ਦਾ ਮਤਲਬ ਹੈ ਵੀ ਆਮ ਜਨਤਾ ਦੀ ਸਿੱਖਿਆ ਤੇ ਜ਼ੋਰ ਦਿੱਤਾ, ਇਸਤਰੀ ਸਿੱਖਿਆ ਤੇ ਜ਼ੋਰ ਦਿੱਤਾ, ਸਥਾਨਕ ਭਾਸ਼ਾਵਾਂ ਦੇ ਵਿੱਚ ਪ੍ਰਾਇਮਰੀ ਸਿੱਖਿਆ ਤੇ ਵੀ ਜ਼ੋਰ ਦਿੱਤਾ। ਉਹਨੇ ਇਹ ਵੁੱਡ ਡਿਸਪੈਚ ਨੇ ਇਹ ਰਿਕਮੈਂਡੇਸ਼ਨ ਦਿੱਤੀ ਕਿ ਵੀ ਜਿਹੜੀ ਪ੍ਰਾਇਮਰੀ ਸਿੱਖਿਆ ਪਹਿਲੀ ਤੋਂ ਪੰਜਵੀਂ ਤੱਕ ਦੀ ਸਿੱਖਿਆ ਉਹ ਬੱਚਿਆਂ ਨੂੰ ਉਹਨਾਂ ਦੀ ਮਾਤ ਭਾਸ਼ਾ ਦੇ ਵਿੱਚ ਦਿੱਤੀ ਜਾਵੇ ਤੇ ਸਾਰੇ ਜਨ ਸਧਾਰਨ ਲੋਕਾਂ ਨੂੰ ਤੇ ਔਰਤਾਂ ਨੂੰ ਇਹ ਸਿੱਖਿਆ ਪ੍ਰੋਵਾਈਡ ਕਰਾਈ ਜਾਵੇ। ਸਿੱਖਿਆ ਵਿੱਚ ਧਰਮ ਨਿਰਪੱਖਤਾ ਦਾ ਵੀ ਸਮਰਥਨ ਕੀਤਾ ਵੀ ਜਾਤ ਪਾਤ ਹਿੰਦੂ ਮੁਸਲਮਾਨ ਦੇ ਆਧਾਰ ਤੇ ਸਿੱਖਿਆ ਲੈਣ ਸਮੇਂ ਕੋਈ ਭੇਦਭਾਵ ਨਾ ਕੀਤਾ ਜਾਵੇ ਅਮੀਰ ਗਰੀਬ ਦੇ ਹਿਸਾਬ ਨਾਲ। 1855 ਦੇ ਵਿੱਚ ਪੰਜਾਬ, ਬੰਬਈ, ਮਦਰਾਸ, ਬੰਗਾਲ ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸਸ ਆਦਿ ਖੇਤਰਾਂ ਦੇ ਵਿੱਚ ਸਿੱਖਿਆ ਵਿਭਾਗ ਦੀ ਸਿਰਜਣਾ ਕੀਤੀ ਗਈ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਆ, ਧਿਆਨ 'ਚ ਰੱਖ ਲੈਣੇ ਤੁਸੀਂ। ਵੁੱਡ ਡਿਸਪੈਚ 1854 ਨੇ ਕਿਸ ਤੇ ਜ਼ੋਰ ਦਿੱਤਾ ਸੀ? ਜਨ ਸਿੱਖਿਆ ਤੇ ਇਸਤਰੀ ਸਿੱਖਿਆ ਤੇ ਸਥਾਨਕ ਭਾਸ਼ਾਵਾਂ ਵਿੱਚ ਪ੍ਰਾਇਮਰੀ ਸਿੱਖਿਆ ਤੇ ਉਪਰੋਕਤ ਸਾਰੇ ਰਾਈਟ ਆਨਸਰ ਹੈ ਜੀ, ਉਪਰੋਕਤ ਸਾਰੇ। ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦਾ ਮੈਗਨਾ ਕਾਰਟਾ ਕਿਹਨੂੰ ਕਿਹਾ ਜਾਂਦਾ ਹੈ? ਵੁੱਡ ਡਿਸਪੈਚ ਨੂੰ ਕਿਹਾ ਜਾਂਦਾ ਹੈ, 1854 ਵਾਲੇ ਐਕਟ ਨੂੰ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਵੁੱਡ ਡਿਸਪੈਚ ਸਿੱਖਿਅਕ ਪ੍ਰਣਾਲੀ ਦੀ ਸ਼ੁਰੂਆਤ ਹੋਈ ਸੀ 1854 ਦੇ ਵਿੱਚ ਹੋਈ ਸੀ ਜੀ। ਠੀਕ ਹੈ ਜੀ। ਹਾਂਜੀ, ਇਸ ਜਿਹੜਾ ਵੁੱਡ ਡਿਸਪੈਚ ਹੈ ਇਹਦੀਆਂ ਕੀ ਰਿਕਮੈਂਡੇਸ਼ਨ ਹੈ? ਸਭ ਤੋਂ ਪਹਿਲਾਂ ਧਿਆਨ ਰੱਖਣਾ ਲਾਰਡ ਡਲਹੌਜ਼ੀ ਦੇ ਕਾਰਜਕਾਲ ਦੇ ਵਿੱਚ ਇਹ ਆਇਆ ਸੀ। ਸਭ ਤੋਂ ਪਹਿਲਾਂ ਪ੍ਰਾਇਮਰੀ ਸਿੱਖਿਆ ਇਹਨੇ ਕਿਹਾ ਸੀ ਸਥਾਨਕ ਭਾਸ਼ਾਵਾਂ ਦੇ ਵਿੱਚ ਪ੍ਰਾਇਮਰੀ ਸਿੱਖਿਆ ਦਿੱਤੀ ਜਾਵੇ। ਸਿੱਖਿਆ ਐਜੂਕੇਸ਼ਨ ਡਿਪਾਰਟਮੈਂਟ ਹਰ ਸੂਬੇ ਪ੍ਰਾਂਤ ਵਿੱਚ ਹੋਵੇ, ਜਿਵੇਂ ਕਿ ਹੁਣ ਹੈਗਾ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਦਾ ਹੋ ਗਿਆ, ਹਰਿਆਣੇ ਦਾ ਅੱਡ ਹੋ ਗਿਆ, ਯੂਪੀ ਦਾ ਅੱਡ ਹੋ ਗਿਆ। ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਸਰਕਾਰੀ ਸਕੂਲ ਖੋਲ੍ਹਿਆ ਜਾਵੇ। ਜ਼ਿਲ੍ਹੇ ਦੀ ਗੱਲ ਹੋ ਰਹੀ ਸੀ ਉਸ ਟਾਈਮ। ਉੱਚ ਸਿੱਖਿਆ ਬੰਬਈ, ਮਦਰਾਸ, ਕਲਕੱਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਲੰਡਨ ਯੂਨੀਵਰਸਿਟੀ ਦੇ ਮਾਡਲ ਤੇ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ। ਠੀਕ ਹੈ, ਬੰਬਈ, ਮਦਰਾਸ, ਕਲਕੱਤਾ ਇਹ ਰਿਕਮੈਂਡੇਸ਼ਨ ਹੈ ਵੁੱਡ ਡਿਸਪੈਚ ਨੇ ਦਿੱਤੀ ਸੀ। ਬਾਅਦ ਵਿੱਚ ਜਾ ਕੇ ਇੱਥੇ ਯੂਨੀਵਰਸਿਟੀਆਂ ਬਣੀਆਂ ਵੀ ਸੀਗੀਆਂ 1862 ਦੇ ਵਿੱਚ। ਠੀਕ ਹੈ, ਧਿਆਨ 'ਚ ਰੱਖ ਲੈਣਾ। ਔਰਤਾਂ ਦੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਸੀਗਾ ਇਹਨੇ। ਠੀਕ ਹੈ ਜੀ, ਵੁੱਡ ਡਿਸਪੈਚ ਨੇ ਔਰਤਾਂ ਦੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਸੀ। ਤੇ ਸਿੱਖਿਆ ਵਿੱਚ ਦਰਜਾਬੰਦੀ ਦੀ ਪ੍ਰਣਾਲੀ ਨੂੰ ਵੀ ਉਹਨੇ ਕਿਹਾ ਸੀਗਾ। ਦਰਜਾਬੰਦੀ ਕਿਸ ਤਰ੍ਹਾਂ ਦੀ? ਉਹ ਕਹਿੰਦੇ ਵੀ ਜਿਹੜਾ ਪ੍ਰਾਇਮਰੀ ਸਕੂਲ ਹੈ ਉਹ ਹੇਠਲੇ ਪਿੰਡਾਂ ਵਿੱਚ ਹੋਣਗੇ। ਠੀਕ ਹੈ ਜੀ, ਤੇ ਐਂਗਲੋ ਵਰਨਾਕੂਲਰ ਹਾਈ ਸਕੂਲ ਹੋਣਗੇ। ਠੀਕ ਹੈ, ਵੀ ਜਿੱਥੇ ਅੰਗਰੇਜ਼ੀ ਮੀਡੀਅਮ ਦੇ ਵਿੱਚ ਤੇ ਮਾਤ ਭਾਸ਼ਾ ਦੇ ਵਿੱਚ ਦੋਹਾਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਏਗੀ ਉਹ ਹਾਈ ਸਕੂਲ ਬਣਾਤੇ ਹੋਣੇ। ਠੀਕ ਹੈ ਜੀ, 6ਵੀਂ ਤੋਂ 10ਵੀਂ ਤੱਕ ਦੇ ਸਕੂਲ ਹੈ ਇੱਥੇ ਅੰਗਰੇਜ਼ੀ ਤੇ ਮਾਤ ਭਾਸ਼ਾ। ਜ਼ਿਲ੍ਹਾ ਪੱਧਰ ਤੇ ਉਹਨੇ ਕਾਲਜ ਸਥਾਪਿਤ ਕੀਤੇ ਜਾਣਗੇ। ਇਹ ਸਾਰਾ ਕੁਝ ਇਹਨੇ ਦਰਜਾਬੰਦੀ ਕਰਤੀ ਸੀ। ਪ੍ਰੈਜ਼ੀਡੈਂਸੀ ਕਸਬਿਆਂ ਦੇ ਵਿੱਚ ਯੂਨੀਵਰਸਿਟੀਆਂ ਹੋਣਗੀਆਂ। ਜ਼ਿਲ੍ਹੇ ਪੱਧਰ ਤੇ ਹੋਏਗਾ ਕਾਲਜ ਤੇ ਪ੍ਰੈਜ਼ੀਡੈਂਸੀ ਲੈਵਲ ਤੇ ਹੋਏਗੀ ਯੂਨੀਵਰਸਿਟੀ। ਠੀਕ ਹੈ, ਪਿੰਡ ਲੈਵਲ ਤੇ ਹੋਏਗਾ ਪ੍ਰਾਇਮਰੀ ਸਕੂਲ, ਹਾਈ ਸਕੂਲ ਜਿੱਥੇ ਕਿ ਅੰਗਰੇਜ਼ੀ ਮੀਡੀਅਮ ਦੇ ਵਿੱਚ ਪੜ੍ਹਾਈ ਸ਼ੁਰੂ ਹੋਏਗੀ। ਜ਼ਿਲ੍ਹੇ ਪੱਧਰ ਤੇ ਹੋਏਗਾ ਕਾਲਜ ਤੇ ਪ੍ਰੈਜ਼ੀਡੈਂਸੀ ਜਾਂ ਸੂਬਾ ਲੈਵਲ ਤੇ ਹੋਏਗੀ ਯੂਨੀਵਰਸਿਟੀ। ਅੰਗਰੇਜ਼ੀ ਸਿੱਖਿਆ ਕਹਿੰਦੇ ਉਚੇਰੀ ਪੜ੍ਹਾਈ ਹੈ ਅੰਗਰੇਜ਼ੀ ਸਿੱਖਿਆ ਦਾ ਮਾਧਿਅਮ ਬਣੇਗੀ। ਇਹ ਗੱਲ ਜਿਹੜਾ ਹੈ ਆਪਣਾ 1854 ਦੇ ਵੁੱਡ ਡਿਸਪੈਚ ਦੇ ਵਿੱਚ ਕਹੀ ਗਈ ਹੈ। ਠੀਕ ਹੈ, ਭਾਸ਼ਾਈ ਸਿੱਖਿਆ ਕਹਿੰਦੀ ਪ੍ਰਾਇਮਰੀ ਜਿਹੜੀ ਸਿੱਖਿਆ ਉਹ ਸਥਾਨਕ ਭਾਸ਼ਾਵਾਂ ਤੇ ਆਮ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਦਿੱਤੀ ਜਾਏਗੀ। ਪ੍ਰਾਇਮਰੀ ਸਿੱਖਿਆ ਅਧਿਆਪਕਾਂ ਦੀ ਸਿਖਲਾਈ ਤੇ ਵੀ ਜ਼ੋਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਨਿਰਪੱਖ ਜਿਹੜੀ ਸਿੱਖਿਆ ਦਿੱਤੀ ਜਾਏਗੀ ਬਿਨਾਂ ਪੱਖਪਾਤ ਤੋਂ ਵੀ ਇਹ ਅਮੀਰ ਹੈ, ਗਰੀਬ ਹੈ, ਹਿੰਦੂ ਹੈ, ਮੁਸਲਮਾਨ ਹੈ, ਇਸ ਗੱਲ ਨੂੰ ਨਿਰਪੱਖ ਸਿੱਖਿਆ ਦਿੱਤੀ ਜਾਏਗੀ। ਇਸ ਗੱਲ ਦਾ ਕੋਈ ਧਿਆਨ ਨਹੀਂ ਦਿੱਤਾ ਜਾਏਗਾ। ਨਿੱਜੀ ਉਦਮ ਸਕੂਲਾਂ ਨੂੰ ਗ੍ਰਾਂਟ ਇਨ ਏਡ ਦਿੱਤੀ ਜਾਏਗੀ। ਜਿਹੜੇ ਪ੍ਰਾਈਵੇਟ ਸਕੂਲ ਹੈ ਜਿਹੜਾ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਏਗੀ, ਗ੍ਰਾਂਟ ਇਨ ਏਡ ਦਿੱਤੀ ਜਾਏਗੀ। ਇਹ ਸਾਰੀਆਂ ਰਿਕਮੈਂਡੇਸ਼ਨ ਸੀਗੀਆਂ ਇਹ ਵੁੱਡ ਡਿਸਪੈਚ 1854 ਦੇ ਐਕਟ ਵਿੱਚ ਹੈ। ਸਾਰੀਆਂ ਤੁਸੀਂ ਧਿਆਨ 'ਚ ਰੱਖਣੀਆਂ ਜੀ। ਅਗਲਾ ਹੈ ਜੀ ਆਪਣੇ ਕੋਲ ਹੰਟਰ ਕਮਿਸ਼ਨ। 1882 ਦੇ ਵਿੱਚ ਹੰਟਰ ਕਮਿਸ਼ਨ ਆਇਆ ਸੀ। ਠੀਕ ਹੈ ਜੀ, ਲਾਰਡ ਰਿਪਨ ਉਸ ਸਮੇਂ ਵਾਇਸਰਾਈ ਸੀਗਾ ਤੇ ਹੰਟਰ ਕਮਿਸ਼ਨ ਦੀ ਨਿਯੁਕਤੀ 1882 ਦੇ ਵਿੱਚ ਕੀਤੀ ਸੀ। ਅੱਛਾ, ਇਸ ਹੰਟਰ ਕਮਿਸ਼ਨ ਦਾ ਜਿਹੜਾ ਹੈ ਉਹ ਪ੍ਰਾਇਮਰੀ ਸਿੱਖਿਆ ਦੇ ਵਿਸ਼ੇਸ਼ ਧਿਆਨ ਦਿੱਤਾ ਸੀਗਾ। ਜੇ ਆ ਜੇ ਵੀ ਕਿਸ ਸਿੱਖਿਆ ਤੇ ਜੋ ਜ਼ੋਰ ਦਿੱਤਾ ਸੀ ਹੰਟਰ ਨੇ ਤਾਂ ਪ੍ਰਾਇਮਰੀ ਤੇ ਲਾ ਕੇ ਆਉਣਾ। ਠੀਕ ਹੈ ਜੀ, ਔਰਤਾਂ ਦੀ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਸੀ। ਸੈਕੰਡਰੀ ਸਿੱਖਿਆ ਵੱਲ ਵੀ ਧਿਆਨ ਦਿੱਤਾ ਸੀ, ਪਰ ਮੇਨ ਜਿਹੜਾ ਪ੍ਰਾਇਮਰੀ ਐਜੂਕੇਸ਼ਨ ਹੈ ਮੇਨ ਜ਼ੋਰ ਕਿਤੇ ਦਿੱਤਾ ਸੀਗਾ ਪ੍ਰਾਇਮਰੀ ਐਜੂਕੇਸ਼ਨ ਤੇ। ਬਾਕੀ ਤਾਂ ਵੈਸੇ ਨਾਲ ਚੱਲ ਰਿਹਾ ਸੀ ਔਰਤਾਂ ਦੀ ਸਿੱਖਿਆ, ਸੈਕੰਡਰੀ ਸਿੱਖਿਆ। ਹਰ ਸਕੂਲ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਕਰਨਾ। ਠੀਕ ਹੈ ਜੀ, ਇਹ ਵੀ ਰਿਕਮੈਂਡੇਸ਼ਨ ਹੰਟਰ ਕਮਿਸ਼ਨ ਦੀ ਸੀ। ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਦੇਣਾ ਇਹ ਵੀ ਹੰਟਰ ਕਮਿਸ਼ਨ ਦੀ ਸੀ। ਤੇ ਸਕੂਲ ਦਾ ਨਿੱਜੀਕਰਨ ਕਰਨਾ, ਠੀਕ ਹੈ, ਇਹ ਵੀ ਹੰਟਰ ਕਮਿਸ਼ਨ ਦੀਆਂ ਸਿਫਾਰਸ਼ਾਂ ਸੀ। ਯਾਨੀ ਕਿ ਜਿਹੜੇ ਸਰਕਾਰੀ ਸਕੂਲ ਜ਼ਿਆਦਾ ਨਹੀਂ ਸੀ ਤਾਂ ਉਹ ਚਾਹੁੰਦਾ ਸੀ ਵੀ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਖੋਲ੍ਹੇ ਜਾਣ। ਠੀਕ ਹੈ ਜੀ, ਇਹ ਹੰਟਰ ਕਮਿਸ਼ਨ ਦੇ ਸਿਫਾਰਸ਼ ਦੇ ਵਿੱਚ ਸੀਗਾ। ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਲਈ ਸਕੂਲਾਂ ਦੀ ਸਥਾਪਨਾ ਕਰਨਾ। ਠੀਕ ਹੈ, ਸਪੈਸ਼ਲ ਸਕੂਲ ਬਣਾਏ ਜਾਣ ਜਿੱਥੇ ਟੀਚਰਾਂ ਦੀ ਸਿਖਲਾਈ ਦਿੱਤੀ ਜਾਵੇ। ਠੀਕ ਹੈ ਜੀ, ਜਿਵੇਂ ਆਪਾਂ ਬੀਐਡ ਈਟੀਟੀ ਦੇ ਜਿਹੜੇ ਸਕੂਲ ਹੈ ਉਹਨਾਂ ਦੀ ਗੱਲ ਕਰ ਲਈਏ। ਹਰ ਸਕੂਲ ਜ਼ਿਲ੍ਹੇ ਦੇ ਵਿੱਚ ਇੱਕ ਮਾਡਲ ਸਰਕਾਰੀ ਸਕੂਲ ਸਥਾਪਿਤ ਕਰਨਾ। ਠੀਕ ਹੈ ਜੀ, ਜਿਵੇਂ ਕਿ ਅੱਜ ਵੀ ਆਪਣੇ ਜ਼ਿਲ੍ਹਿਆਂ 'ਚ ਖੁੱਲ੍ਹੇ ਹੋਏ ਮਾਡਲ ਸਕੂਲ। ਖੇਤੀਬਾੜੀ ਦੇ ਗਣਿਤ ਆਦਿ ਦੇ ਕੁਝ ਵਿਸ਼ਿਆਂ ਦੀਆਂ ਵੀ ਸਿਫਾਰਸ਼ਾਂ ਕੀਤੀਆਂ ਗਈਆਂ ਵੀ ਇਹ ਵਿਸ਼ੇ ਲਾਜ਼ਮੀ ਕਰ ਦਿੱਤੇ ਜਾਣੇ ਚਾਹੀਦੇ ਆ। ਹੰਟਰ ਕਮਿਸ਼ਨ ਦੀਆਂ ਕਮਿਸ਼ਨਾਂ ਸਿਫਾਰਸ਼ਾਂ ਦੇ ਵਿੱਚ ਪਛੜੀ ਜਾਤੀ ਦੀਆਂ ਸਿੱਖਿਆ, ਔਰਤਾਂ ਦੀ ਸਿੱਖਿਆ, ਮੁਸਲਿਮ ਸਿੱਖਿਆ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਧਿਆਨ ਰੱਖਣਾ ਹੰਟਰ ਕਮਿਸ਼ਨ ਨੇ ਮੁਸਲਿਮ ਔਰਤਾਂ ਤੇ ਪਛੜੀ BC ਸ਼੍ਰੇਣੀ ਦੀਆਂ ਜਿਹੜੀਆਂ ਜਾਤੀ ਦੀਆਂ ਲੋਕਾਂ ਉਹਨਾਂ ਨੂੰ ਸਿੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰਾਇਮਰੀ ਤੇ ਸਿੱਖਿਆ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਪ੍ਰਾਇਮਰੀ ਸਿੱਖਿਆ ਤੇ ਸੈਕੰਡਰੀ ਸਿੱਖਿਆ। ਇਹ ਇੰਪੋਰਟੈਂਟ ਹੈ ਵੀ ਸਵਾਲ ਆ ਜੇ ਵੀ ਉਹ ਕਿਹੜਾ ਕਮਿਸ਼ਨ ਹੈ ਜਿਸ ਨੇ ਸਿੱਖਿਆ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ ਪ੍ਰਾਇਮਰੀ ਤੇ ਸੈਕੰਡਰੀ ਦੇ ਵਿੱਚ, ਉਹ ਹੰਟਰ ਕਮਿਸ਼ਨ ਸੀਗਾ। ਠੀਕ ਹੈ ਜੀ, ਇਹ ਸਾਰੇ ਤੁਸੀਂ ਫੈਕਟ ਧਿਆਨ 'ਚ ਰੱਖ ਲੈਣੇ। ਹੰਟਰ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਸੀ ਲਾਰਡ ਰਿਪਨ ਨੇ ਕੀਤੀ ਸੀ 1882 ਦੇ ਵਿੱਚ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਹੰਟਰ ਕਮਿਸ਼ਨ ਨੇ ਸਿਫਾਰਸ਼ ਕੀਤੀ ਸੀ। ਠੀਕ ਹੈ ਜੀ, ਔਰਤਾਂ ਦੀ ਸਿੱਖਿਆ ਵੀ ਇਹਨੇ ਕਹੀ ਸੀ, ਪ੍ਰਾਇਮਰੀ ਸਿੱਖਿਆ ਤੇ ਵੀ ਦਿੱਤਾ ਸੀ, ਦੋਨੋਂ ਠੀਕ ਹੈ ਜੀ ਇਹ। ਠੀਕ ਹੈ ਜੀ, ਹੰਟਰ ਕਮਿਸ਼ਨ ਵਿੱਚ ਜ਼ੋਰ ਦਿੱਤਾ ਗਿਆ ਪ੍ਰਾਇਮਰੀ ਸਿੱਖਿਆ ਤੇ ਜ਼ੋਰ ਦਿੱਤਾ ਗਿਆ ਸੀਗਾ ਤੇ ਇਹੀ ਕਮਿਸ਼ਨ ਸੀ ਜਿਹਨੇ ਪ੍ਰਾਇਮਰੀ ਤੇ ਸੈਕੰਡਰੀ ਐਜੂਕੇਸ਼ਨ ਦੋ ਪਾਰਟ ਬਣਾਏ ਸੀ ਸਿੱਖਿਆ ਦੇ। ਹਾਂਜੀ, ਚੌਥਾ ਬੜਾ ਹੈ ਇਹ ਹੈਗੀ ਰੈਲੀ ਕਮਿਸ਼ਨ 1902। ਠੀਕ ਹੈ ਜੀ, ਵਾਇਸ ਰਾਏ ਲਾਰਡ ਕਰਜ਼ਨ ਯਾਦ ਰੱਖ ਲੈਣਾ। ਠੀਕ ਹੈ, ਚੌਥਾ ਬੜਾ ਚੱਲ ਪਿਆ ਹੈ 1900 ਤੋਂ ਲੈ ਕੇ 1920 ਤੱਕ। ਲਾਰਡ ਕਰਜ਼ਨ ਆ ਜਿਹੜਾ
ਉਹਦੇ ਕਾਰਜਕਾਲ ਦੇ ਵਿੱਚ ਰੈਲੀ ਕਮਿਸ਼ਨ 1902 ਦੇ ਵਿੱਚ ਬਣਿਆ ਸੀਗਾ। ਰੈਲੀ ਦੀ ਪ੍ਰਧਾਨਗੀ ਦੇ ਵਿੱਚ ਯੂਨੀਵਰਸਿਟੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ, ਯਾਦ ਰੱਖ ਲੈਣਾ ਯੂਨੀਵਰਸਿਟੀ ਕਮਿਸ਼ਨ ਵੈਰੀ ਵੈਰੀ ਇੰਪੋਰਟੈਂਟ ਹੈ ਇਹ। ਠੀਕ ਹੈ ਜੀ, ਇਹ 1904 ਦੇ ਵਿੱਚ ਇੰਡੀਅਨ ਯੂਨੀਵਰਸਿਟੀ ਐਕਟ ਬਣਿਆ ਸੀ 1904 ਦੇ ਵਿੱਚ। ਤੇ ਇਹ ਰੈਲੀ ਕਮਿਸ਼ਨ ਹੈ ਜਿਹਨੇ ਕਿ ਉੱਚ ਸਿੱਖਿਆ ਤੇ ਜ਼ੋਰ ਦਿੱਤਾ ਸੀ ਜ਼ਿਆਦਾ। ਜਿਵੇਂ ਆਪਾਂ ਹੰਟਰ ਪੜ੍ਹ ਕੇ ਗਏ ਹਾਂ, ਉਹਨੇ ਪ੍ਰਾਇਮਰੀ ਸਿੱਖਿਆ 'ਚ ਜ਼ੋਰ ਦਿੱਤਾ ਸੀਗਾ, ਤੇ ਉਸੇ ਤਰ੍ਹਾਂ ਜਿਹੜਾ ਰੈਲੀ ਕਮਿਸ਼ਨ ਹੈ ਉਹਨੇ ਹਾਇਰ ਐਜੂਕੇਸ਼ਨ ਤੇ ਜ਼ੋਰ ਦਿੱਤਾ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਤੇ ਯੂਨੀਵਰਸਿਟੀ ਐਕਟ 1904 ਹੈ ਜਿਹੜਾ, ਉਹ ਇਹਦੇ ਹੀ ਕਮਿਸ਼ਨ ਦੀ ਰਿਕਮੈਂਡੇਸ਼ਨ ਤੇ ਐਕਟ ਬਣਿਆ ਸੀਗਾ। ਹੰਟਰ ਕਮਿਸ਼ਨ ਬਨਾਮ ਰੈਲੀ ਕਮਿਸ਼ਨ 'ਚ ਕੀ ਅੰਤਰ ਹੈ? 1882 ਦੇ ਵਿੱਚ ਹੰਟਰ ਕਮਿਸ਼ਨ ਜੋ ਰਾਡ ਰਿਪਨ ਨੇ ਨਿਯੁਕਤ ਕੀਤਾ ਸੀ, ਉਹਦੇ ਵਿੱਚ ਯੂਨੀਵਰਸਿਟੀ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਦਿੱਤਾ ਗਿਆ ਸੀਗਾ ਤੇ ਪ੍ਰਾਇਮਰੀ ਸਿੱਖਿਆ ਤੇ ਹੀ ਜ਼ੋਰ ਦਿੱਤਾ ਗਿਆ ਸੀ। ਠੀਕ ਹੈ ਜੀ, ਪਰ ਰੈਲੀ ਕਮਿਸ਼ਨ ਨੇ ਇਹਦੇ ਬਿਲਕੁਲ ਉਲਟ ਕੀਤਾ। ਉਹਨੇ ਪ੍ਰਾਇਮਰੀ ਸਿੱਖਿਆ ਨੂੰ ਬਾਹਰ ਕਰ ਦਿੱਤਾ ਤੇ ਉੱਚ ਸਿੱਖਿਆ ਤੇ ਜ਼ੋਰ ਦਿੱਤਾ। ਇਹ ਵੈਰੀ ਵੈਰੀ ਇੰਪੋਰਟੈਂਟ ਹੈ। ਠੀਕ ਹੈ ਜੀ, ਜਿਹੜਾ ਰੈਲੀ ਕਮਿਸ਼ਨ ਹੈ ਉਹ ਹਾਇਰ ਐਜੂਕੇਸ਼ਨ ਦੇ ਨਾਲ, ਯੂਨੀਵਰਸਿਟੀ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ, ਤੇ ਜਿਹੜਾ ਹੰਟਰ ਕਮਿਸ਼ਨ ਹੈ ਉਹ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਧਿਆਨ 'ਚ ਰੱਖ ਲੈਣਾ ਜੀ। ਤੇ ਰੈਲੀ ਕਮਿਸ਼ਨ ਹੈ ਜਿਹੜਾ 1902 ਦੇ ਵਿੱਚ ਲਾਰਡ ਕਰਜ਼ਨ ਉਸ ਸਮੇਂ ਵਾਇਸਰਾਏ ਸੀ, ਉਹਦੀ ਪ੍ਰਧਾਨਗੀ ਦੇ ਵਿੱਚ ਬਣਿਆ ਸੀਗਾ। ਹਾਂਜੀ, ਯੂਨੀਵਰਸਿਟੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਹ ਹੰਟਰ ਕਮਿਸ਼ਨ ਦੀ ਰਿਕਮੈਂਡੇਸ਼ਨ ਤੇ ਹੋਈ ਸੀ 1904 ਵਿੱਚ। ਯੂਨੀਵਰਸਿਟੀ ਸਿੱਖਿਆ ਤੇ ਕਿਸ ਕਮਿਸ਼ਨ ਨੇ ਜ਼ੋਰ ਦਿੱਤਾ ਸੀ? ਹੰਟਰ ਕਮਿਸ਼ਨ ਨੇ ਦਿੱਤਾ ਸੀ। ਉੱਚ ਸਿੱਖਿਆ ਤੇ ਜ਼ੋਰ ਕਿਹਨੇ ਦਿੱਤਾ ਸੀ? ਹੰਟਰ ਕਮਿਸ਼ਨ ਨੇ ਦਿੱਤਾ ਸੀ। ਰੈਲੀ ਕਮਿਸ਼ਨ 1902 ਕਿਸ ਵਾਇਸਰਾਏ ਦੇ ਕਾਰਜਕਾਲ ਦੌਰਾਨ ਬਣਿਆ ਸੀ? ਲਾਰਡ ਕਰਜ਼ਨ ਦੇ ਕਾਰਜਕਾਲ। ਅਗਲਾ ਹੈ ਜੀ ਆਪਣੇ ਕੋਲ ਸੈਟਲਰ ਕਮਿਸ਼ਨ 1917। ਅੱਛਾ ਜੀ, ਕੀ ਹੋਇਆ? ਕਲਕੱਤਾ ਯੂਨੀਵਰਸਿਟੀ ਹੈ ਜਿਹੜੀ, ਉਹਦੇ ਵਿੱਚ ਬਹੁਤ ਸਾਰੀਆਂ ਧਾਂਦਲੀਆਂ ਚੱਲ ਰਹੀਆਂ ਸੀਗੀਆਂ, ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀਗੇ। ਠੀਕ ਹੈ, ਤੇ ਉਸ ਯੂਨੀਵਰਸਿਟੀ 'ਚ ਸੁਧਾਰ ਦੀ ਬਹੁਤ ਜ਼ਿਆਦਾ ਲੋੜ ਸੀ। ਤਾਂ ਸਰਕਾਰ ਨੇ ਕਲਕੱਤਾ ਯੂਨੀਵਰਸਿਟੀ ਦੀ ਜਾਂਚ ਦੇ ਲਈ 1917 ਦੇ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ ਸੀ, ਕਲਕੱਤਾ ਯੂਨੀਵਰਸਿਟੀ ਕਮਿਸ਼ਨ। ਠੀਕ ਹੈ, ਇਹਦੀ ਜਿਹੜੀ ਪ੍ਰਧਾਨਗੀ ਹੈ, ਇਸ ਕਮਿਸ਼ਨ ਦੇ ਚੇਅਰਮੈਨ ਸੀ ਮਾਈਕਲ ਸੈਡਲਰ ਸੀ, ਤੇ ਇਸੇ ਨੂੰ ਹੀ ਸੈਡਲਰ ਕਮਿਸ਼ਨ ਕਿਹਾ ਜਾਂਦਾ। ਠੀਕ ਹੈ ਜੀ, ਵੀ ਉਹਦੀ ਜਾਂਚ ਕਰਨ ਲਈ, ਕਲਕੱਤਾ ਯੂਨੀਵਰਸਿਟੀ ਦੀ ਜਾਂਚ ਕਰਨ ਲਈ ਜਦੋਂ ਸੈਡਲਰ ਕਮਿਸ਼ਨ ਗਿਆ ਤਾਂ ਉਹਨੇ ਫਿਰ ਬਹੁਤ ਸਾਰੀਆਂ ਰਿਕਮੈਂਡੇਸ਼ਨ ਕੀਤੀਆਂ, ਤੇ ਇਸ ਨੂੰ ਸੈਡਲਰ ਕਮਿਸ਼ਨ 1917 ਕਿਹਾ ਜਾਂਦਾ। ਕਮਿਸ਼ਨ ਦਾ ਮੁੱਖ ਉਦੇਸ਼ ਤਾਂ ਇਹ ਸੀ ਵੀ ਕਲਕੱਤਾ ਯੂਨੀਵਰਸਿਟੀ ਦੀ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਕਰਨਾ, ਕੀ ਉਹਦੀਆਂ ਲੋੜਾਂ ਹੈ ਉਹਦੀ ਜਾਂਚ ਕਰਨਾ, ਸਮੱਸਿਆਵਾਂ ਨੂੰ ਦੂਰ ਕਰਨ ਲਈ ਹੱਲ ਕਰਨਾ ਤੇ ਸੁਧਾਰ ਕਰਨਾ, ਉਹਦੇ ਲਈ ਸੁਝਾਅ ਦੇਣਾ ਸੀ, ਇਹਦਾ ਮੁੱਖ ਉਦੇਸ਼ ਸੀ। ਇਸ ਕਮਿਸ਼ਨ ਨੇ ਸਿਰਫ ਯੂਨੀਵਰਸਿਟੀ ਸਿੱਖਿਆ ਨਾਲ ਸੰਬੰਧਿਤ ਹੀ ਨਹੀਂ, ਸਗੋਂ ਸੈਕੰਡਰੀ ਸਿੱਖਿਆ ਨਾਲ ਸੰਬੰਧਿਤ ਵੀ ਸੁਝਾਅ ਦਿੱਤੇ। ਇਹ ਧਿਆਨ ਰੱਖਣਾ ਹੈ, ਬਣਿਆ ਤਾਂ ਯੂਨੀਵਰਸਿਟੀ ਕਮਿਸ਼ਨ ਦੀ ਜਾਂਚ ਲਈ ਸੀ, ਪਰ ਇਹ ਯੂਨੀਵਰਸਿਟੀ ਸਿੱਖਿਆ ਦੇ ਨਾਲ ਸੈਕੰਡਰੀ ਸਿੱਖਿਆ ਦੇ ਸੰਬੰਧ ਵਿੱਚ ਵੀ ਇਹਨੇ ਸੁਝਾਅ ਦਿੱਤੇ। ਇਸ ਦੇ ਮੁੱਖ ਸੁਝਾਅ ਕੀ ਹੈ? ਸੈਕੰਡਰੀ ਸਿੱਖਿਆ ਕਹਿੰਦੇ 12 ਸਾਲਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ। 12 ਸਾਲਾਂ ਦੇ ਵਿੱਚ ਜਿਹੜੀ ਸੈਕੰਡਰੀ ਸਿੱਖਿਆ ਜਿਹੜੀ ਪਹਿਲੀ ਤੋਂ ਲੈ ਕੇ 12 ਲਗਭਗ 12 ਸਾਲ ਹੀ ਲੱਗਦੇ ਆ। ਇਹ ਗੱਲ ਵੱਖਰੀ ਹੈ, ਅੱਜ ਪ੍ਰੈਪ 1 ਪ੍ਰੈਪ 2 ਨਰਸਰੀ LKG ਇਹ ਸਭ ਕੁਝ ਚੱਲ ਪਿਆ। ਹਾਂਜੀ, ਹਾਈ ਸਕੂਲ ਦੀ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ 2 ਸਾਲਾਂ ਦੀ ਇੰਟਰਮੀਡੀਏਟ ਸਿੱਖਿਆ ਵੀ ਪ੍ਰਾਪਤ ਕਰਨੀ ਚਾਹੀਦੀ ਹੈ। ਠੀਕ ਹੈ ਜੀ, 10ਵੀਂ ਪਾਸ ਕਰ ਲਈ, ਉਸ ਤੋਂ ਬਾਅਦ 2 ਸਾਲਾਂ ਦੀ ਇੰਟਰਮੀਡੀਏਟ ਜਿਹੜੀ ਕਿ 1 ਤੇ 2 ਹੈ ਉਹ ਪ੍ਰਾਪਤ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਦਾਖਲਾ, +2 ਤੋਂ ਬਾਅਦ ਯੂਨੀਵਰਸਿਟੀ 'ਚ ਦਾਖਲਾ ਲਿੱਤਾ ਹੀ ਜਾਂਦਾ। ਇੰਟਰਮੀਡੀਏਟ ਸਿੱਖਿਆ ਨੂੰ ਹਾਈ ਸਕੂਲ ਦੇ ਨਾਲ ਜੋੜਿਆ ਗਿਆ, 10ਵੀਂ ਦੇ ਨਾਲ ਜੋੜ ਦਿੱਤਾ ਗਿਆ। ਠੀਕ ਹੈ, ਹਾਈ ਸਕੂਲ ਦੇ ਨਾਲ, ਤੇ ਇਸ ਨੂੰ ਵੱਖਰੇ ਤੌਰ ਤੇ ਵੀ ਪ੍ਰਬੰਧ ਕੀਤਾ ਜਾਂਦਾ। ਦੋਨੋਂ ਗੱਲਾਂ ਕਹਦੀਆਂ ਆਪਣੇ ਵੀ ਐਂ ਬਣੇ ਹੋਏ ਆ, 6ਵੀਂ ਤੋਂ 10ਵੀਂ ਸਕੂਲ ਬਣੇ ਹੋਏ ਆ, 6ਵੀਂ ਤੋਂ 12ਵੀਂ ਬਣੇ ਹੋਏ ਆ। 6ਵੀਂ ਤੋਂ 12ਵੀਂ ਦੇ ਵਿੱਚ ਉਹਨੂੰ ਜੋੜ ਦਿੱਤਾ ਗਿਆ, 6ਵੀਂ ਤੋਂ 10ਵੀਂ ਦੇ ਵਿੱਚ ਉਹਨੂੰ ਅੱਡ ਕਰ ਦਿੱਤਾ ਗਿਆ। ਠੀਕ ਹੈ ਜੀ, ਅੰਡਰ ਗ੍ਰੈਜੂਏਟ ਯਾਨੀ ਕਿ BA ਤੱਕ ਦੀ ਜਿਹੜੀ ਸਿੱਖਿਆ ਵੱਧ ਤੋਂ ਵੱਧ 3 ਸਾਲ ਦੀ ਹੋਣੀ ਹੈ, ਇਹ ਅੱਜ ਵੀ 3 ਸਾਲ ਦੀ ਹੈ। ਔਰਤਾਂ ਦੀ ਜਿਹੜੀ ਸਿੱਖਿਆ ਹੈ ਉਹ ਵਧਾਈ ਜਾਵੇ। ਠੀਕ ਹੈ, ਇਸ ਤੇ ਜ਼ੋਰ ਦਿੱਤਾ ਸੀ ਇਸਨੇ। ਤੇ ਅਧਿਆਪਕਾਂ ਦੀ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਖੋਲ੍ਹੀਆਂ ਜਾਣ। ਠੀਕ ਹੈ, ਜਿਹਨੂੰ ਆਪਾਂ ਡਾਈਟ ਕਹਿ ਦਿੰਦੇ ਹਾਂ। ਠੀਕ ਹੈ, ਉਹ ਖੋਲ੍ਹੀਆਂ ਜਾਣ। ਵਿਗਿਆਨਿਕ ਅਤੇ ਤਕਨੀਕੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਸੀ। ਮੁਸਲਮਾਨਾਂ ਦੀ ਸਿੱਖਿਆ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਸਿੱਖਿਆ ਦੇ ਵਿੱਚ ਸੁਧਾਰ ਕਰਨ ਤੋਂ ਪਹਿਲਾਂ ਸੈਕੰਡਰੀ ਸਿੱਖਿਆ ਵਿੱਚ ਸੁਧਾਰ ਜ਼ਰੂਰੀ ਹੈ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਇਸ ਕਮਿਸ਼ਨ ਨੇ ਇਹ ਸਿਫਾਰਿਸ਼ ਕੀਤੀ ਸੀ। ਹਾਂਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ ਆ। ਹਾਂਜੀ, ਸੈਡਲਰ ਕਮਿਸ਼ਨ ਇਹ ਕਦੋਂ ਬਣਿਆ ਸੀ? 1917 ਦੇ ਵਿੱਚ ਆਇਆ ਸੀ ਜੀ। ਠੀਕ ਹੈ ਜੀ, ਤੇ 1854 ਦੇ ਵਿੱਚ ਵੁੱਡ ਡਿਸਪੈਚ ਆਇਆ ਸੀ, ਤੇ 1904 ਦੇ ਵਿੱਚ ਯੂਨੀਵਰਸਿਟੀ ਜਿਹੜਾ ਪਿੱਛੇ ਪੜ੍ਹ ਕੇ ਗਏ ਆ ਗ੍ਰਾਂਟ ਕਮਿਸ਼ਨ ਹੈ ਜਿਹੜਾ ਇਹ ਆਇਆ ਸੀ। ਠੀਕ ਹੈ ਜੀ, ਰੈਲੀ ਕਮਿਸ਼ਨ ਨੇ ਜਿਹੜਾ ਦਿੱਤਾ ਸੀਗਾ। ਇਹ ਕਿਸ ਕਮਿਸ਼ਨ ਨੇ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਸਿੱਖਿਆ ਵਿੱਚ ਸੁਧਾਰ ਕਰਨ ਤੋਂ ਪਹਿਲਾਂ ਸੈਕੰਡਰੀ ਸਿੱਖਿਆ ਵਿੱਚ ਸੁਧਾਰ ਜ਼ਰੂਰੀ ਹੈ? ਠੀਕ ਹੈ ਜੀ, ਇਹ ਸੈਡਲਰ ਕਮਿਸ਼ਨ 1917 ਨੇ ਇਹ ਗੱਲ ਕਹੀ ਸੀ। ਹਾਂਜੀ, ਪੰਜਵਾਂ ਫੇਸ। ਠੀਕ ਹੈ ਜੀ, ਇਹ 1921 ਤੋਂ ਲੈ ਕੇ 1947 ਤੱਕ ਹੈ। ਠੀਕ ਹੈ ਜੀ, 1947 ਤੋਂ ਬਾਅਦ ਅੰਗਰੇਜ਼ ਚਲੇ ਗਏ ਸੀ, ਦੇਸ਼ ਨੂੰ ਆਜ਼ਾਦ ਹੋ ਗਿਆ ਸੀ। ਤੇ ਹਟੋਕ ਕਮੇਟੀ 1929 ਦੀ। ਠੀਕ ਹੈ, ਧਿਆਨ 'ਚ ਰੱਖ ਲੈਣਾ, 1929 ਵਿੱਚ ਹਟੋਕ ਕਮੇਟੀ ਪ੍ਰਾਇਮਰੀ ਸਿੱਖਿਆ ਦੇ ਏਕੀਕਰਨ ਤੇ ਸੁਧਾਰ ਦੇ ਲਈ ਇਹਨੇ ਸਿਫਾਰਸ਼ਾਂ ਕੀਤੀਆਂ ਸੀ। ਇਹ ਵੀ ਪ੍ਰਾਇਮਰੀ ਸਿੱਖਿਆ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਯੂਨੀਵਰਸਿਟੀਆਂ ਅਤੇ ਵਿਭਿੰਨ ਕੋਰਸਾਂ ਵਿੱਚ ਦਾਖਲੇ ਦੇ ਲਈ ਇੱਕ ਚੋਣਵੀਂ ਪ੍ਰਣਾਲੀ ਦੀ ਸਿਫਾਰਸ਼ ਕੀਤੀ ਜੋ ਉਦਯੋਗਿਕ ਤੇ ਵਪਾਰਿਕ ਕਰੀਅਰ ਵੱਲ ਲੈ ਜਾਵੇ। ਹਾਂਜੀ, ਧਿਆਨ ਰੱਖ ਲਿਓ, ਹਟੋਕ ਕਮੇਟੀ ਸੀ ਜਿਹਨੇ ਕਿਹਾ ਵੋਕੇਸ਼ਨਲ ਐਜੂਕੇਸ਼ਨ ਤੇ ਜ਼ੋਰ ਦਿੱਤਾ ਵੀ ਉਹ ਕਹਿੰਦੇ ਵੀ ਜਿਹੜੀ ਸਿੱਖਿਆ ਹੈ ਉਹ ਯੂਨੀਵਰਸਿਟੀ ਦੇ ਵਿੱਚ ਕੁਝ ਇਹੋ ਜਿਹੀ ਹੋਣੀ ਚਾਹੀਦੀ ਜਿਸ ਤੋਂ ਕਰਨ ਤੋਂ ਬਾਅਦ ਜਿਹੜੇ ਬੱਚੇ ਉਹ ਸੈਲਫ ਡਿਪੈਂਡੈਂਟ ਹੋਣ, ਕੁਝ ਕਾਰੋਬਾਰ ਕਰ ਸਕਣ, ਯਾਨੀ ਕਿ ਵੋਕੇਸ਼ਨਲ ਤੇ ਇੰਡਸਟਰੀਅਲ ਐਜੂਕੇਸ਼ਨ ਤੇ ਜ਼ੋਰ ਦਿੱਤਾ। ਯੂਨੀਵਰਸਿਟੀਆਂ ਵਿੱਚ ਸੁਧਾਰ ਦੀ ਗੱਲ ਕਿਤੇ ਜਾਣੀ ਚਾਹੀਦੀ ਹੈ ਵੀ ਹਟੋਕ ਕਮੇਟੀ ਨੇ ਕਿਹਾ ਸੀ। ਧਿਆਨ ਰੱਖ ਲਓ, ਪ੍ਰਾਇਮਰੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਸੀਗਾ, ਯੂਨੀਵਰਸਿਟੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਤੇ ਵੋਕੇਸ਼ਨਲ ਐਜੂਕੇਸ਼ਨ ਤੇ ਵੀ ਜ਼ੋਰ ਦਿੱਤਾ ਸੀ। ਅੱਗੇ ਹੈ ਜੀ ਅਗਲਾ ਆਪਣੇ ਕੋਲ 1937 ਦੇ ਵਿੱਚ ਬੇਸਿਕ ਐਜੂਕੇਸ਼ਨ ਦੀ ਵਰਦਾ ਸਕੀਮ ਗਾਂਧੀ ਜੀ ਦੁਆਰਾ ਹਰੀਜਨ। ਠੀਕ ਹੈ, ਉਹਨਾਂ ਇੱਕ ਪੱਤਰਕਾਰ ਸੀ ਹਰੀਜਨ, ਉਹਦੇ ਵਿੱਚ ਲੇਖ ਇੱਕ ਪ੍ਰਕਾਸ਼ਿਤ ਕੀਤਾ, ਜਿਸ ਤੋਂ ਬਾਅਦ ਜ਼ਾਕਿਰ ਹੁਸੈਨ ਕਮੇਟੀ, ਧਿਆਨ ਰੱਖ ਲੈਣਾ, ਜ਼ਾਕਿਰ ਹੁਸੈਨ ਕਮੇਟੀ ਦੁਆਰਾ ਬੇਸਿਕ ਐਜੂਕੇਸ਼ਨ ਦੀ ਵਰਦਾ ਸਕੀਮ ਸ਼ੁਰੂ ਕੀਤੀ ਗਈ। ਠੀਕ ਹੈ ਜੀ, ਵਰਦਾ ਜਿਹੜੀ ਸਕੀਮ ਹੈ, ਇੱਕ ਸਵਾਲ ਪੁੱਛਿਆ ਜਾਏਗਾ ਵੀ ਉਹ ਕਿਸ ਕਮੇਟੀ ਦੀ ਸਿਫਾਰਿਸ਼ ਤੇ ਸ਼ੁਰੂ ਕੀਤੀ ਗਈ ਸੀ? ਜ਼ਾਕਿਰ ਹੁਸੈਨ ਕਮੇਟੀ ਦੁਆਰਾ। ਠੀਕ ਹੈ, ਉਹ ਸਿਫਾਰਿਸ਼ ਕੀਤੀ ਗਈ ਸੀ ਬੇਸਿਕ ਐਜੂਕੇਸ਼ਨ 1937। ਇਹਦੇ ਵਿੱਚ 7 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਜਿਹੜੀ ਸਿੱਖਿਆ ਹੈ ਉਹਦੀ ਵਿਵਸਥਾ ਕੀਤੀ ਗਈ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ ਆ। 7 ਤੋਂ 14 ਸਾਲ ਦੇ ਬੱਚਿਆਂ ਦੇ ਲਈ ਮੁਫਤ ਸਿੱਖਿਆ ਦਾ ਪ੍ਰਾਵਧਾਨ ਹੈ ਜਿਹੜਾ ਉਹ ਵਰਦਾ ਸਕੀਮ ਦੇ ਵਿੱਚ ਕੀਤਾ ਗਿਆ ਸੀਗਾ। ਠੀਕ ਹੈ ਜੀ, ਜ਼ਾਕਿਰ ਹੁਸੈਨ ਕਮੇਟੀ ਬਣੀ ਸੀ, ਉਹਨੇ ਰਿਕਮੈਂਡੇਸ਼ਨ ਦਿੱਤੀ ਸੀ। ਕਿੱਤਾ ਮੁਖੀ ਸਿੱਖਿਆ ਕਿਸ ਕਮਿਸ਼ਨ ਨੇ ਜ਼ੋਰ ਦਿੱਤਾ ਸੀਗਾ? ਠੀਕ ਹੈ ਜੀ, ਉਹ ਜਿਹੜਾ ਸੀਗਾ ਹਰਟੋਗ ਕਮੇਟੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ।
1929 ਦੀ ਕਮੇਟੀ ਸੀ ਹਟੋਕ ਕਮੇਟੀ, ਉਹਨੇ ਜੋਰ ਦਿੱਤਾ ਸੀ। ਹਟੋਕ ਕਮੇਟੀ ਦਾ ਗਠਨ ਕਦੋਂ ਹੋਇਆ ਸੀ? 1929 ਦੇ ਵਿੱਚ ਹੋਇਆ ਸੀਗਾ। ਹਾਂਜੀ, ਅਗਲਾ ਹੈ ਆਪਣੇ ਕੋਲ ਲਾਸਟ ਅੱਜ ਦਾ ਜਿਹੜਾ ਆਪਣੇ ਕੋਲ ਹੈ ਸਰਜੈਂਟ ਪਲਾਨ ਆਫ ਐਜੂਕੇਸ਼ਨ 1944। ਇਹਦੀਆਂ ਸਿਫਾਰਸ਼ਾਂ ਸੀਗੀਆਂ ਐਲੀਮੈਂਟਰੀ ਸਕੂਲ ਤੇ ਹਾਈ ਸਕੂਲ ਦੀ ਸਥਾਪਨਾ ਕਰਨਾ। ਠੀਕ ਹੈ, ਐਲੀਮੈਂਟਰੀ 1 ਤੋਂ 8ਵੀਂ ਤੱਕ ਹੁੰਦੇ ਆ ਤੇ ਹਾਈ ਹੁੰਦੇ ਆ 10ਵੀਂ ਤੱਕ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। 6 ਤੋਂ 11। ਠੀਕ ਹੈ ਜੀ, ਜਿਹੜੀ ਵਰਦਾ ਸਕੀਮ ਸੀ ਉਹਦੇ ਵਿੱਚ 7 ਤੋਂ 14 ਸਾਲ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ। ਇਹਦੇ ਵਿੱਚ 6 ਤੋਂ 11 ਸਾਲ ਦੀ ਉਮਰ ਦੇ ਲਈ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਸੀ, ਯੂਨੀਵਰਸਲ ਐਂਡ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ 6 ਤੋਂ 11 ਸਾਲ ਦੀ ਸਰਜੈਂਟ ਪਲਾਨ 1944 ਦਾ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। 6 ਤੋਂ 11 ਸਾਲ ਦੀ ਉਮਰ ਦੇ ਲਈ ਯੂਨੀਵਰਸਲ ਤੇ ਲਾਜ਼ਮੀ ਸਿੱਖਿਆ ਕਿਸ ਦਾ ਉਦੇਸ਼ ਸੀਗਾ? ਇਹ ਸਰਜੈਂਟ ਪਲਾਨ 1944 ਦਾ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਤੇ ਸਰਜੈਂਟ ਪਲਾਨ ਹੈ ਇਹ ਕਦੋਂ ਲਾਗੂ ਹੋਇਆ ਸੀ? 1944 ਦੇ ਵਿੱਚ ਇਹ ਲਾਗੂ ਹੋਇਆ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਤੇ ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਬਹੁਤ